ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਉਹਨਾਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਵੀ ਜ਼ਰੂਰੀ ਹੈ ਉਹਨਾਂ 'ਚ ਚੰਗੇ ਸੰਸਕਾਰਾਂ ਦਾ ਡੰਡੀ। ਮੌਜੂਦਾ ਸਮੇਂ 'ਚ ਇਸ ਦੀ ਘਾਟ ਰੜਕ ਰਹੀ ਹੈ। ਡੰਡੀ ਅਸਲ 'ਚ ਉੱਚ ਸਿੱਖਿਆ ਅਤੇ ਚੰਗੇ ਸੰਸਕਾਰਾਂ ਨਾਲ ਹੀ ਬੱਚੇ ਸਫਲਤਾ ਦੀ ਪੌੜੀ ਚੜ੍ਹਦੇ ਹਨ ਅਤੇ ਇੱਕ ਚੰਗਾ ਇਨਸਾਨ ਬਣਦੇ ਹਨ। ਡੰਡੀ ਇਸ ਲਈ ਜ਼ਰੂਰੀ ਹੈ ਕਿ ਮਾਤਾ ਪਿਤਾ ਜਨਮ ਤੋਂ ਹੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਸ਼ੁਰੂ ਕਰ ਦੇਣ। ਡੰਡੀ ਅੱਜ ਅਸੀਂ ਕੁਝ ਇਸੇ ਤਰ੍ਹਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਡੰਡੀ ਮਾਤਾ ਪਿਤਾ ਅਤੇ ਬਜ਼ੁਰਗਾਂ ਦਾ ਸਨਮਾਨ। ਬੱਚਿਆਂ 'ਚ ਬਚਪਨ ਤੋਂ ਹੀ ਮਾਤਾ ਪਿਤਾ ਅਤੇ ਵੱਡਿਆਂ ਦਾ ਸਨਮਾਨ ਕਰਨ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਡੰਡੀ ਇਹ ਸੰਸਕਾਰ ਬੱਚੇ ਆਪਣੇ ਆਪ ਨਹੀਂ ਸਿੱਖਣਗੇ। ਡੰਡੀ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਭਗਵਾਨ ਰਾਮ ਅਤੇ ਸਰਵਣ ਕੁਮਾਰ ਜਿਹੇ ਮਹਾਨ ਵਿਅਕਤੀਆਂ ਦੇ ਕਿੱਸੇ ਆਦਿ ਸੁਣਾ ਕੇ ਉਹਨਾਂ 'ਚ ਵੱਡਿਆਂ ਪ੍ਰਤੀ ਸਨਮਾਨ ਪੈਦਾ ਕਰਨ। ਡੰਡੀ ਦੂਸਰਿਆਂ ਦੀ ਮਦਦ। ਮਾਪੇ ਬੱਚਿਆਂ ਦੇ ਅੰਦਰ ਲੋੜਵੰਦਾਂ ਦੀ ਮਦਦ ਕਰਨ ਦੀ ਭਾਵਨਾ ਜ਼ਰੂਰ ਪੈਦਾ ਕਰਨ। ਡੰਡੀ ਉਹ ਬੱਚਿਆਂ ਦੇ ਹੋਸ਼ ਸੰਭਾਲਣ ਤੋਂ ਬਾਅਦ ਖੇਡਾਂ 'ਚ ਜਾਂ ਕਹਾਣੀਆਂ ਦੇ ਰਾਹੀਂ ਉਹਨਾਂ 'ਚ ਚੰਗੇ ਗੁਣ ਪੈਦਾ ਕਰਨ। ਡੰਡੀ ਇਹ ਚੀਜ਼ਾਂ ਅੱਗੇ ਚੱਲ ਕੇ ਉਹਨਾਂ ਦੇ ਵਿਕਾਸ 'ਚ ਮਦਦ ਕਰਨਗੀਆਂ। ਡੰਡੀ ਸਹਿਣਸ਼ੀਲਤਾ ਬਾਰੇ ਦੱਸੋ। ਸਹਿਣਸ਼ੀਲਤਾ ਰੱਖਣੀ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣਾ ਚੰਗੇ ਗੁਣ ਹਨ। ਡੰਡੀ ਬੱਚੇ ਜੇਕਰ ਬਚਪਨ ਤੋਂ ਹੀ ਸਹਿਣਸ਼ੀਲਤਾ ਰੱਖਣੀ ਸਿੱਖਣ ਤਾਂ ਉਹ ਜ਼ਿੰਦਗੀ 'ਚ ਵੱਡੀਆਂ ਸਮੱਸਿਆਵਾਂ ਆਸਾਨੀ ਨਾਲ ਸੁਲਝਾ ਲੈਣਗੇ। ਡੰਡੀ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਅੰਦਰ ਸਹਿਣਸ਼ੀਲਤਾ ਦੀ ਭਾਵਨਾ ਪੈਦਾ ਕਰਨ। ਡੰਡੀ ਉਹਨਾਂ ਦਾ ਸਿਖਾਉਣ ਕਿ ਹਰ ਗੱਲ 'ਤੇ ਗੁੱਸਾ ਨਹੀਂ ਕਰਨਾ, ਸਗੋਂ ਆਰਾਮ ਨਾਲ ਹਰ ਕਿਸੇ ਸਮੱਸਿਆ ਨੂੰ ਸੁਲਝਾਉਣਾ ਹੈ। ਡੰਡੀ ਪ੍ਰੇਮ ਦੀ ਭਾਵਨਾ। ਮਾਤਾ ਪਿਤਾ ਬੱਚੇ ਨੂੰ ਸਾਰਿਆਂ ਨਾਲ ਪਿਆਰ ਨਾਲ ਬੋਲਣ ਦਾ ਤਰੀਕਾ ਸਿਖਾਉਣ। ਡੰਡੀ ਉਹ ਉਹਨਾਂ ਨੂੰ ਦੱਸਣ ਕਿ ਸਕੂਲ ਤੋਂ ਲੈ ਕੇ ਖੇਡਣ ਦੇ ਮੈਦਾਨ ਤੱਕ ਹਰ ਥਾਂ ਉਹ ਦੂਸਰਿਆਂ ਨਾਲ ਪਿਆਰ ਕਰਨ। ਡੰਡੀ ਉਹ ਉਹਨਾਂ ਨੂੰ ਦੱਸਣ ਕਿ ਅਜਿਹਾ ਵਿਵਹਾਰ ਕਰਨ ਨਾਲ ਸਮਾਜ 'ਚ ਉਹਨਾਂ ਦੀ ਚੰਗੀ ਇਮੇਜ ਬਣਦੀ ਹੈ। ਡੰਡੀ ਇਮਾਨਦਾਰੀ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕਦੇ ਵੀ ਬੱਚਿਆਂ ਦੇ ਮਾਮਲੇ 'ਚ ਝੂਠ ਨਾ ਬੋਲਣ ਅਤੇ ਬੱਚਿਆਂ ਨੂੰ ਵੀ ਸਿਖਾਉਣ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਉਹਨਾਂ ਨੂੰ ਸੱਚ ਨਾਲ ਖੜਨਾ ਚਾਹੀਦਾ ਹੈ। ਡੰਡੀ ਉਹਨਾਂ ਨੂੰ ਸੱਚ ਦੀ ਰਾਹ 'ਤੇ ਚੱਲਣ ਵਾਲੇ ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ ਜਿਹੀਆਂ ਹਸਤੀਆਂ ਦੇ ਕਿੱਸੇ ਕਹਾਣੀਆਂ ਦੇ ਰਾਹੀਂ ਇਮਾਨਦਾਰੀ ਦੀ ਤਾਕਤ ਤੋਂ ਜਾਣੂ ਕਰਵਾਉਣਾ ਹੈ। ਡੰਡੀ ਸਮੇਂ ਦੀ ਕੀਮਤ। ਬੱਚਿਆਂ ਨੂੰ ਬਚਪਨ ਤੋਂ ਹੀ ਸਮੇਂ ਦੀ ਕੀਮਤ ਬਾਰੇ ਸਮਝਾਉਣਾ ਜ਼ਰੂਰੀ ਹੈ। ਡੰਡੀ ਮਾਤਾ ਪਿਤਾ ਬੱਚਿਆਂ ਨੂੰ ਦੱਸਣ ਕਿ ਕਿਸੇ ਵੀ ਕੰਮ ਨੂੰ ਸਮੇਂ 'ਤੇ ਕਰਨ ਨਾਲ ਉਹਨਾਂ ਦਾ ਲਾਭ ਉਹਨਾਂ ਨੂੰ ਹੀ ਮਿਲੇਗਾ। ਡੰਡੀ ਉਹਨਾਂ ਨੂੰ
ਦੱਸੋ ਕਿ ਉਹ ਸਮੇਂ ਦੀ ਕਦਰ ਕਰਨ, ਕਿਉਂਕਿ ਇੱਕ ਵਾਰ ਸਮਾਂ ਹੱਥੋਂ ਨਿਕਲ ਗਿਆ ਤਾਂ ਮੁੜ ਵਾਪਸ ਨਹੀਂ ਆਵੇਗਾ। ਡੈਡੀ ਮਾਪੇ ਬੱਚਿਆਂ ਨੂੰ ਦੱਸਣ ਕਿ ਉਹਨਾਂ ਨੂੰ ਸਮੇਂ ਸਿਰ ਹੀ ਹਰ ਤਰ੍ਹਾਂ ਦੇ ਕੰਮ ਕਰ ਲੈਣੇ ਚਾਹੀਦੇ ਹਨ। ਡੈਡੀ ਜਿਵੇਂ ਕਿ ਖੇਡਣਾ, ਖਾਣਾ ਪੀਣਾ ਅਤੇ ਪੜ੍ਹਨੀ ਆਦਿ। ਡੈਡੀ ਜਿਸ ਨਾਲ ਕਿ ਸਮੇਂ ਦੀ ਬਚਤ ਵੀ ਹੋ ਸਕੇ ਅਤੇ ਟਾਈਮ ਦੀ ਵੰਡ ਵੀ। ਡੈਡੀ ਸੋਮਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਿਆਸਤਦਾਨਾਂ, ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਅਤੇ ਹੋਰਨਾਂ ਦੇ ਟੈਲੀਫੋਨਾਂ 'ਤੇ ਨਿਗਾਹਬਾਨੀ ਟੇਪਿੰਗ ਕਰਨ ਦੇ ਮਸਲੇ ਬਾਰੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ M.B. ਲੋਕੁਰ ਦੀ ਅਗਵਾਈ ਵਿੱਚ ਇੱਕ ਪੜਤਾਲੀਆ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਡੈਡੀ ਇਸ ਕਮਿਸ਼ਨ ਵਿੱਚ ਜਸਟਿਸ ਲੋਕੁਰ ਨੇ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਿਓਤਰਮੇ ਭੱਟਾਚਾਰੀਆ ਵੀ ਸ਼ਾਮਲ ਹੋਣਗੇ। ਡੈਡੀ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਕਿ ਕੇਂਦਰ ਸਰਕਾਰ ਇਸ ਸਬੰਧ ਵਿੱਚ ਲੋੜੀਂਦੇ ਕਦਮ ਚੁੱਕੇਗੀ, ਪਰ ਕੇਂਦਰ ਦੁਆਰਾ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਸੂਬਾ ਸਰਕਾਰ ਨੇ ਕਮਿਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ। ਡੈਡੀ ਪੱਛਮੀ ਬੰਗਾਲ ਸਰਕਾਰ ਦੇ ਇਸ ਫੈਸਲੇ ਨੂੰ ਪੈਗਾਸਸ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਤਹਿਤ ਇਹ ਦੋਸ਼ ਲਗਾਏ ਗਏ ਹਨ ਕਿ ਇਜ਼ਰਾਈਲ ਦੀ ਕੰਪਨੀ NSO ਦਾ ਸਾਫਟਵੇਅਰ ਪੈਗਾਸਸ ਵਰਤ ਕੇ ਦੇਸ਼ ਦੇ ਕਈ ਸਿਆਸਤਦਾਨਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਦੇ ਫੋਨਾਂ 'ਤੇ ਨਿਗਾਹਬਾਨੀ ਕੀਤੀ ਗਈ। ਡੈਡੀ ਮਮਤਾ ਨੇ ਕਿਹਾ, ਸਾਡੇ ਸਾਰਿਆਂ 'ਤੇ ਨਿਗਾਹਬਾਨੀ ਕੀਤੀ ਜਾ ਰਹੀ ਹੈ। ਡੈਡੀ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਸੋਚ ਰਹੇ ਸੀ ਕਿ ਸੰਸਦ ਦੇ ਇਜਲਾਸ ਦੌਰਾਨ ਕੇਂਦਰ ਇਸ ਮਾਮਲੇ ਦੀ ਤਫਤੀਸ਼ ਕਰਾਏਗਾ, ਪਰ ਇੱਦਾਂ ਨਹੀਂ ਹੋਇਆ। ਡੈਡੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਪੈਗਾਸਸ ਸਾਫਟਵੇਅਰ ਵਰਤ ਕੇ ਉੱਥੋਂ ਦੇ ਸਿਆਸਤਦਾਨਾਂ, ਪੱਤਰਕਾਰਾਂ ਅਤੇ ਹੋਰਨਾਂ ਦੇ ਫੋਨਾਂ 'ਤੇ ਨਿਗਾਹਬਾਨੀ ਬਾਰੇ ਵੇਰਵੇ ਚਰਚਾ ਵਿੱਚ ਹਨ। ਡੈਡੀ ਇਹ ਵੇਰਵੇ ਫਰਾਂਸ ਦੀ ਸੰਸਥਾ ਵਰਜਿਤ ਕਹਾਣੀਆਂ ਨੇ ਕੁਝ ਹੋਰ ਕੌਮਾਂਤਰੀ ਸੰਸਥਾਵਾਂ ਅਤੇ ਦੁਨੀਆ ਦੇ ਨਾਮੀ ਅਖਬਾਰਾਂ ਨਾਲ ਮਿਲ ਕੇ ਪ੍ਰਕਾਸ਼ਿਤ ਕੀਤੇ ਹਨ। ਡੈਡੀ ਇਸ ਪੜਤਾਲ ਦੌਰਾਨ ਪ੍ਰਭਾਵਿਤ ਲੋਕਾਂ ਵਿੱਚੋਂ ਕੁਝ ਦੇ ਮੋਬਾਈਲ ਫੋਨਾਂ ਦੀ ਪੜਤਾਲ ਅੰਤਰਰਾਸ਼ਟਰੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੀ ਪ੍ਰਯੋਗਸ਼ਾਲਾ ਵਿੱਚ ਕੀਤੀ ਗਈ, ਜਿਸ ਅਨੁਸਾਰ ਦੋ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ। ਪਹਿਲੀ ਇਹ ਕਿ ਸੰਬੰਧਿਤ ਫੋਨਾਂ 'ਤੇ ਪੈਗਾਸਸ ਸਾਫਟਵੇਅਰ ਰਾਹੀਂ ਨਿਗਾਹਬਾਨੀ ਕਰਨ ਦੇ ਯਤਨ ਕੀਤੇ ਗਏ ਜਾਂ ਨਹੀਂ। ਦੂਸਰੀ ਇਹ ਕਿ ਉਹ ਯਤਨ ਸਫਲ ਹੋਏ ਜਾਂ ਅਸਫਲ। ਡੈਡੀ ਕਈ ਕੇਸਾਂ ਵਿੱਚ ਅਜਿਹੇ ਯਤਨ ਅਸਫਲ ਵੀ ਹੋਏ। ਡੈਡੀ ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਪ੍ਰਯੋਗਸ਼ਾਲਾ ਦੇ ਨਤੀਜਿਆਂ ਦੇ ਸਹੀ ਹੋਣ ਬਾਰੇ ਦਾਅਵਾ ਕੀਤਾ ਹੈ। ਡੈਡੀ ਇਸ ਦਾਅਵੇ ਨੂੰ ਹੋਰ ਬਲ ਵਟਸਐਪ ਕੰਪਨੀ ਦੁਆਰਾ ਲਾਏ ਦੋਸ਼ ਕਿ ਪੈਗਾਸਸ ਸਾਫਟਵੇਅਰ ਵਰਤ ਕੇ ਲਗਭਗ 1400 ਟੈਲੀਫੋਨਾਂ ਦੇ ਵਟਸਐਪ ਦੇ ਸੁਰੱਖਿਅਤ ਸਿਸਟਮ ਵਿੱਚ ਸੰਨ ਲਾਈ ਗਈ ਕਾਰਨ ਵੀ ਮਿਲਿਆ ਹੈ। ਡੈਡੀ ਫਰਾਂਸ ਸਰਕਾਰ ਨੇ ਇਸ ਮਾਮਲੇ ਬਾਰੇ ਪੜਤਾਲ ਕਰਨ ਦੇ ਆਦੇਸ਼
ਦਿੱਤੇ ਹਨ। ਡੈਂਡੀ ਪ੍ਰਕਾਸ਼ਿਤ ਵੇਰਵਿਆਂ ਅਨੁਸਾਰ ਫਰਾਂਸ ਦੇ ਰਾਸ਼ਟਰਪਤੀ ਐਮੈਨੂਏਲਾ ਮੈਕਰੋ ਦੀ ਫ਼ੋਨ ਦੀ ਟੈਪਿੰਗ ਹੋਣ ਦਾ ਮਾਮਲਾ ਵੀ ਚਰਚਾ ਵਿੱਚ ਹੈ ਅਤੇ ਮੈਕਰੋ ਨੇ ਇਸ ਬਾਰੇ ਇਜ਼ਰਾਈਲ ਦੇ ਰਾਸ਼ਟਰਪਤੀ ਨਫਤਾਲੀ ਬੇਨੇਟ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਦੇਣ ਲਈ ਕਿਹਾ ਹੈ। ਡੈਂਡੀ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਅੰਦੋਲਨ ਦੇ 8 ਮਹੀਨੇ ਪੂਰੇ ਹੋਣ ਵਾਲੇ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਾਈ ਗਈ ਮੁਤਵਾਜ਼ੀ ਔਰਤ ਕਿਸਾਨ ਸੰਸਦ ਕਈ ਨਿਵੇਕਲੇ ਸੁਨੇਹੇ ਦੇਣ ਵਿੱਚ ਕਾਮਯਾਬ ਰਹੀ। ਡੈਂਡੀ ਸਪੀਕਰ ਅਤੇ ਡਿਪਟੀ ਸਪੀਕਰਾਂ ਦੇ ਰੁਤਬੇ ਔਰਤਾਂ ਨੂੰ ਮਿਲੇ ਅਤੇ ਬੇਹੱਦ ਗੰਭੀਰਤਾ ਨਾਲ ਜ਼ਰੂਰੀ ਵਸਤਾਂ ਕਾਨੂੰਨ ਉੱਤੇ ਵਿਚਾਰ ਚਰਚਾ ਕਰਦਿਆਂ ਇਸ ਨੂੰ ਕਾਲਾ ਬਾਜ਼ਾਰੀ ਵਧਾਉਣ ਵਾਲਾ ਕਾਨੂੰਨ ਕਰਾਰ ਦਿੰਦਿਆਂ ਤੁਰੰਤ ਵਾਪਸ ਲੈਣ ਦਾ ਮਤਾ ਪਾਸ ਕੀਤਾ ਗਿਆ। ਡੈਂਡੀ ਔਰਤ ਸੰਸਦ ਕੇਵਲ ਖੇਤੀ ਕਾਨੂੰਨ ਤੱਕ ਸੀਮਤ ਨਹੀਂ ਰਹੀ, ਇਸ ਨੇ ਔਰਤਾਂ ਦੇ ਆਰਥਿਕ ਸਮਾਜਿਕ ਅਤੇ ਸਿਆਸੀ ਹੱਕ ਉੱਤੇ ਚਰਚਾ ਤੋਂ ਬਾਅਦ ਮਤੇ ਪਾਸ ਕਰਕੇ ਭਵਿੱਖ ਲਈ ਔਰਤਾਂ ਦੇ ਅਧਿਕਾਰਾਂ ਵਾਸਤੇ ਮੀਲ ਪੱਥਰ ਦਾ ਕੰਮ ਕੀਤਾ ਹੈ। ਡੈਂਡੀ ਔਰਤ ਸੰਸਦ ਨੇ ਹੁਕਮਰਾਨਾਂ ਅਤੇ ਸਮਾਜ ਨੂੰ ਸ਼ੀਸ਼ਾ ਦਿਖਾਉਂਦਿਆਂ ਮਤਾ ਪਾਸ ਕੀਤਾ ਹੈ ਕਿ ਖੇਤੀ ਖੇਤਰ ਵਿੱਚ ਔਰਤਾਂ ਦੀ ਵੱਡੀ ਭੂਮਿਕਾ ਦੇ ਬਾਵਜੂਦ ਇਸ ਨੂੰ ਅਜੇ ਤੱਕ ਬਣਦਾ ਸਨਮਾਨ ਅਤੇ ਰੁਤਬਾ ਨਹੀਂ ਮਿਲਿਆ। ਉਹਨਾਂ ਦੀ ਮਿਹਨਤ, ਕਾਬਲੀਅਤ, ਹੁਨਰ ਅਤੇ ਉਤਸ਼ਾਹ ਨੂੰ ਲੋਕ ਅੰਦੋਲਨਾਂ ਅਤੇ ਸਮਾਜ ਵਿੱਚ ਸਹੀ ਦਰਜਾ ਦੇਣਾ ਜ਼ਰੂਰੀ ਹੈ। ਡੈਂਡੀ ਕਈ ਦਹਾਕਿਆਂ ਤੋਂ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੇ 33% ਰਾਖਵੇਂਕਰਨ ਦਾ ਬਿੱਲ ਠੰਡੇ ਬਸਤੇ ਵਿੱਚ ਪਿਆ ਹੋਇਆ ਹੈ। ਡੈਂਡੀ ਪਾਰਟੀਆਂ ਅੰਦਰਲੀ ਮਰਦ ਪ੍ਰਧਾਨ ਸੋਚ ਦੇਸ਼ ਦੀ 50% ਆਬਾਦੀ ਨੂੰ 1/3 ਹਿੱਸਾ ਦੇਣ ਵਾਲੇ ਕਾਨੂੰਨ ਦੇ ਰਾਹ ਦਾ ਰੋੜਾ ਬਣੀ ਹੋਈ ਹੈ। ਡੈਂਡੀ ਔਰਤ ਕਿਸਾਨ ਸੰਸਦ ਨੇ ਮਤਾ ਪਾਸ ਕਰਕੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਸਰਕਾਰਾਂ ਦੀ ਤਰ੍ਹਾਂ ਸੰਸਦ ਵਿੱਚ ਔਰਤਾਂ ਲਈ 33% ਰਾਖਵੇਂਕਰਨ ਦਾ ਮਤਾ ਪਾਸ ਕਰਕੇ ਸੰਸਦ ਅੰਦਰ ਬੈਠੇ ਮੈਂਬਰਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਡੈਂਡੀ ਔਰਤਾਂ ਨੂੰ ਪਤਾ ਹੈ ਕਿ ਇਹ ਲੜਾਈ ਲੰਬੀ ਹੈ ਕਿਉਂਕਿ ਜਿਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਸੰਸਥਾਵਾਂ ਵਿੱਚ ਔਰਤਾਂ ਨੂੰ 50% ਰਾਖਵਾਂਕਰਨ ਦਿੱਤਾ ਵੀ ਗਿਆ ਹੈ, ਉੱਥੇ ਉਹਨਾਂ ਵਾਸਤੇ ਕੰਮ ਕਰਨ ਦਾ ਮਾਹੌਲ ਬਣਨਾ ਅਜੇ ਬਾਕੀ ਹੈ। ਡੈਂਡੀ ਮੁਤਵਾਜ਼ੀ ਔਰਤ ਸੰਸਦ ਦੌਰਾਨ ਸਪੀਕਰਾਂ ਅਤੇ ਡਿਪਟੀ ਸਪੀਕਰਾਂ ਵਜੋਂ ਜਨਤਕ ਖੇਤਰ ਅਤੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਹੁੰਦੀਆਂ ਜੱਦੋ-ਜਹਿਦਾਂ ਨੂੰ ਮਜ਼ਬੂਤ ਕਰਨ ਵਿੱਚ ਜੁਟੀਆਂ ਸ਼ਖਸੀਅਤਾਂ ਦੀ ਚੋਣ ਔਰਤ ਸੰਸਦ ਦਾ ਹਾਸਲ ਕਿਹਾ ਜਾ ਸਕਦਾ ਹੈ। ਡੈਂਡੀ ਮੁਤਵਾਜ਼ੀ ਕਿਸਾਨ ਸੰਸਦ 8 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਅਗਲਾ ਪੜਾਅ ਹੈ। ਡੈਂਡੀ ਇਸ ਨੇ ਸਿਆਸੀ ਸੂਝ ਅਤੇ ਜਮਹੂਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਅਗਲਾ ਕਦਮ ਵਧਾਇਆ ਹੈ। ਡੈਂਡੀ ਇਸ ਨਾਲ ਦੇਸ਼ ਵਿੱਚ ਲੋਕ ਪੱਖੀ ਮੁੱਦੇ ਉਠਾਉਣ ਦੀ ਸੰਭਾਵਨਾ ਵਧਣ ਲੱਗੀ ਹੈ। ਡੈਂਡੀ ਕਿਸਾਨ ਔਰਤਾਂ ਦੀ ਅੰਦੋਲਨ ਵਿੱਚ ਵੱਡੀ ਸ਼ਮੂਲੀਅਤ ਹੁਣ ਕਿਸਾਨ ਸੰਸਦ ਚਲਾਉਣ ਵਰਗੇ ਮੌਕੇ ਮਿਲਣ ਨਾਲ
ਔਰਤਾਂ ਵਿੱਚ ਆਗੂ ਟੀਮਾਂ ਪੈਦਾ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਡੰਡੀ ਇਹ ਕਦਮ ਕਿਸਾਨ, ਮਜ਼ਦੂਰ ਅਤੇ ਹੋਰ ਜਨਤਕ ਜਥੇਬੰਦੀਆਂ ਤੇ ਪਾਰਟੀਆਂ ਅੰਦਰ ਔਰਤਾਂ ਦੀ ਫੈਸਲਾਕੁੰਨ ਭੂਮਿਕਾ ਨੂੰ ਵਧਾਉਣ ਵਿੱਚ ਸਹਾਈ ਹੋਣਗੇ। ਡੰਡੀ 3 ਖੇਤੀ ਕਾਨੂੰਨਾਂ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਉੱਤੇ ਖਰੀਦ ਦੀ ਗਰੰਟੀ ਬਾਰੇ ਸ਼ੁਰੂ ਹੋਏ ਅੰਦੋਲਨਾਂ ਦਾ ਦਾਇਰਾ ਸੁਭਾਵਿਕ ਤਰੀਕੇ ਨਾਲ ਹੀ ਵਿਆਪਕ ਹੁੰਦਾ ਜਾ ਰਿਹਾ ਹੈ। ਡੰਡੀ ਕਿਸਾਨ ਸੰਸਦ ਦੇਸ਼ ਦੀ ਜਮਹੂਰੀਅਤ ਨੂੰ ਮਜ਼ਬੂਤ ਕਰਨ ਵੱਲ ਇੱਕ ਠੋਸ ਕਦਮ ਹੈ। ਡੰਡੀ ਪਾਣੀ ਸੰਸਾਰ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸ਼ਕਤੀ ਹੈ। ਡੰਡੀ ਕੁਦਰਤ ਦਾ ਅਦਭੁਤ ਕ੍ਰਿਸ਼ਮਾ, ਜ਼ਿੰਦਗੀ ਦੀ ਧਰੋਹਰ। ਡੰਡੀ ਕਦੇ ਅਸੀਂ ਜਲ ਨਾਲ ਸਰਾਸਰ ਸਰਸਾਰ ਸਾਂ। ਡੰਡੀ ਹੁਣ ਦੁਨੀਆ ਦੀ ਕੁੱਲ ਵਸੋਂ ਦਾ 17% ਸਾਡੇ ਦੇਸ਼ 'ਚ ਵਸਦਾ ਹੈ, ਪਰ ਧਰਤੀ ਦੇ ਕੁੱਲ ਜਲ ਸਰੋਤਾਂ 'ਚੋਂ ਸਾਡੇ ਕੋਲ ਮਸਾਂ 4% ਹਨ। ਡੰਡੀ ਵਰਖਾ, ਜੋ ਪਾਣੀ ਦਾ ਮੁੱਢਲਾ ਸੋਮਾ ਹੈ, ਵਜੋਂ ਕੁਦਰਤ ਸਾਡੇ 'ਤੇ ਬੜੀ ਦਿਆਲ ਸੀ ਹੈ, ਪਰ ਅਸੀਂ ਇਸ ਦੀ ਕਦਰ ਨਹੀਂ ਕਰਦੇ। ਡੰਡੀ ਜਲ ਮਾਹਿਰਾਂ ਅਨੁਸਾਰ ਸਾਡੇ ਦੇਸ਼ ਵਿੱਚ ਹਰ ਸਾਲ ਕਰੀਬ 4000 ਅਰਬ ਘਣ ਮੀਟਰ ਮੀਂਹ ਪੈਂਦਾ ਸੀ ਹੈ। ਡੰਡੀ ਭੂਗੋਲਿਕ ਅਤੇ ਬਨਸਪਤਨ ਪਰਿਸਥਿਤੀਆਂ ਅਨੁਸਾਰ ਕਿਤੇ ਬਹੁਤਾ ਕਿਤੇ ਮੂਲੋਂ ਘੱਟ। ਡੰਡੀ ਪਰ ਅਸੀਂ ਸਿਰਫ 8% ਹੀ ਸਾਂਭਦੇ ਸਲੂਟਦੇ ਹਾਂ। ਡੰਡੀ ਬੀਤੀ ਸਦੀ ਦੀ ਸ਼ੁਰੂਆਤ 'ਚ ਪ੍ਰਤੀ ਵਿਅਕਤੀ ਜਲ ਉਪਲਬਧੀ 8192 ਘਣ ਮੀਟਰ ਸਾਲਾਨਾ ਸੀ, ਜਿਹੜੀ ਆਜ਼ਾਦੀ ਤੋਂ ਮਹਿਜ਼ ਅੱਧੀ ਸਦੀ ਬਾਅਦ ਹੀ ਘਟ ਕੇ 5694 ਘਣ ਮੀਟਰ ਰਹਿ ਗਈ। ਡੰਡੀ ਕਾਰਨ ਆਬਾਦੀ ਵਾਧਾ ਅਤੇ ਪਾਣੀ ਦਾ ਦੁਰਪ੍ਰਬੰਧ, ਦੁਰਵਰਤੋਂ। ਡੰਡੀ ਖੁਦਗਰਜ਼ ਤਰੱਕੀ, ਜਲ ਸੋਮਿਆਂ ਅਤੇ ਕੁਦਰਤ ਪ੍ਰਤੀ ਅਵੇਸਲਾਪਣ। ਡੰਡੀ ਡਗਰ ਇਹੀ ਰਹੀ ਜਾਂ ਕੋਈ ਅਣਹੋਣੀ ਨਾ ਵਾਪਰੀ ਤਦ 2050 ਤਾਈਂ ਸਾਡੀ ਆਬਾਦੀ 158 ਕਰੋੜ ਹੋ ਜਾਵੇਗੀ। ਡੰਡੀ ਇੰਜ ਪ੍ਰਤੀ ਸਾਲ ਹਰ ਵਿਅਕਤੀ ਦੇ ਹਿੱਸੇ ਔਸਤਨ 1235 ਘਣ ਮੀਟਰ ਪਾਣੀ ਹੀ ਰਹਿ ਜਾਵੇਗਾ, ਜਿਹੜਾ ਤਾਂ ਕਿਸਮ ਦੀਆਂ ਲੋੜਾਂ ਦੀ ਪੂਰਤੀ ਲਈ ਸੰਨ 2050 'ਚ ਲੋੜੀਂਦੀ ਵਿਅਕਤੀਗਤ ਲੋੜ 2500 ਘਣ ਮੀਟਰ ਦਾ ਅੱਧ ਹੈ। ਡੰਡੀ ਪਹਿਲਾਂ ਹੀ ਦੇਸ਼ ਦੇ ਤਬਦੀਲੀ ਜਾਂ ਨਵਿਆਉਣਯੋਗ ਅੰਦਰੂਨੀ ਜਲ ਸੋਮਿਆਂ ਦਾ ਜਲ ਮਿਕਦਾਰ ਪ੍ਰਤੀ ਸਾਲ ਕਰੀਬ 1953 ਅਰਬ ਘਣ ਮੀਟਰ ਹੈ। ਡੰਡੀ ਜਦੋਂ ਕਿ ਦਿਨੋਂ ਦਿਨ ਘਟ ਰਹੇ ਵਰਤਣਯੋਗ ਸੋਮਿਆਂ ਦੀ ਜਲ ਮਾਤਰਾ 1086 ਘਣ ਮੀਟਰ ਹੀ ਹੈ। 690 ਅਰਬ ਘਣ ਮੀਟਰ ਸਤਹ ਜ਼ਮੀਨ ਉੱਪਰਲਾ ਅਤੇ 396 ਅਰਬ ਘਣ ਮੀਟਰ ਜ਼ਮੀਨਦੋਜ਼। ਡੰਡੀ ਸੰਨ 50 'ਚ 1.5 ਅਰਬ ਢਿੱਡ ਭਰਨ ਲਈ ਭਾਰਤੀ ਧਰਤੀ, ਜਲ, ਜੰਗਲ, ਜ਼ਮੀਨ ਅਤੇ ਸਮੁੰਦਰ ਤੇ ਪਹਾੜਾਂ 'ਤੇ ਬੇਤਹਾਸ਼ਾ ਬੋਝ ਵਧੇਗਾ। ਡੰਡੀ ਸਿੱਟੇ ਵਜੋਂ ਵਾਤਾਵਰਨ ਹੋਰ ਦੂਸ਼ਿਤ ਹੋਵੇਗਾ, ਵਰਖਾ ਗੜਬੜਾਏਗੀ, ਹੜ੍ਹ, ਸੋਕਾ, ਸਮੁੰਦਰੀ ਹਲਚਲਾਂ ਸਮੇਤ ਕਈ ਕਿਸਮ ਦੀਆਂ ਦੁਸ਼ਵਾਰੀਆਂ, ਜ਼ਮੀਨੀ ਖਿਸਕਾਅ ਅਤੇ ਮਹਾਂਮਾਰੀਆਂ ਵੀ ਦਰਪੇਸ਼
ਹੋਣਗੀਆਂ। ਡੰਡੀ ਸਿਰਫ ਖੇਤੀ ਸਿੰਜਾਈ ਲਈ ਹੀ ਲੋੜੀਂਦੇ 807 ਅਰਬ ਘਣ ਮੀਟਰ ਪਾਣੀ ਹਿੱਤ ਵਗਦੇ ਜਾਂ ਖੜ੍ਹੇ ਜਲ ਸੋਮਿਆਂ ਜਿਹੜੇ ਬੇਹੱਦ ਤੇਜ਼ੀ ਨਾਲ ਘਟਦੇ ਜਾ ਰਹੇ ਹਨ ਦੀ ਬੇਕਿਰਕ ਸੰਭਾਵਿਤ ਵਰਤੋਂ ਤੋਂ ਬਿਨਾਂ ਭਾਰਤੀ ਧਰਤੀ ਵਿੱਚੋਂ ਕਰੀਬ 344 ਅਰਬ ਘਣ ਮੀਟਰ ਜਾਣੀ ਖਤਰਨਾਕ ਹੱਦ ਤੋਂ ਕਿਤੇ ਜ਼ਿਆਦਾ ਪਾਣੀ ਖਿੱਚਿਆ ਜਾਵੇਗਾ। ਡੰਡੀ ਅਰਥਾਤ ਜਲ ਸੋਮੇ ਅਤੇ ਜਲ ਤੱਗੀ ਤੈਸ਼ ਨੈਸ਼ ਹੋ ਜਾਵੇਗੀ। ਡੰਡੀ ਪੱਲੇ ਪੈ ਜਾਵੇਗਾ ਰੇਗਿਸਤਾਨ ਬਿਨ ਪਾਣੀ ਸਭ ਸੂਣ। ਡੰਡੀ ਰਾਸ਼ਟਰੀ ਜਲ ਸੰਸਾਧਨ ਵਿਕਾਸ ਕਮਿਸ਼ਨ 1999 ਨੇ ਖੇਤੀ ਪਾਣੀ ਤੋਂ ਬਿਨਾਂ ਸ਼ਹਿਰੀ ਅਤੇ ਪੇਂਡੂ ਖੇਤਰ ਲਈ ਪ੍ਰਤੀ ਵਿਅਕਤੀ ਕ੍ਰਮਵਾਰ 220 ਅਤੇ 150 ਲੀਟਰ ਪਾਣੀ ਹਰ ਦਿਨ ਦਾ ਪੈਮਾਨਾ ਨਿਰਧਾਰਿਤ ਕੀਤਾ ਸੀ। ਡੰਡੀ ਇਸ ਅਨੁਸਾਰ 2025 ਅਤੇ 2050 ਤੱਕ ਘਰੇਲੂ ਅਤੇ ਮਿਊਂਸਪਲ ਖਪਤ ਹਿੱਤ ਦੇਸ਼ ਦੀ ਜ਼ਰੂਰਤ ਕ੍ਰਮਵਾਰ 62 ਅਤੇ 111 ਅਰਬ ਘਣ ਮੀਟਰ ਕੁੱਲ 173 ਅਰਬ ਘਣ ਮੀਟਰ ਹੋਵੇਗੀ, ਜਿਸ ਹਿੱਤ 72 ਅਰਬ ਘਣ ਮੀਟਰ 26 + 46 ਅਰਬ ਘਣ ਮੀਟਰ ਜ਼ਮੀਨ ਉਤਲਾ ਪਾਣੀ ਅਤੇ ਬਾਕੀ ਜ਼ਮੀਨ ਹੇਠੋਂ ਕੱਢਿਆ ਜਾਵੇਗਾ। ਡੰਡੀ ਘਰੇਲੂ ਅਤੇ ਸਿੰਜਾਈ ਦੇ ਪਾਣੀ ਤੋਂ ਬਿਨਾਂ ਉਦਯੋਗਾਂ, ਵਸਤ ਨਿਰਮਾਣ, ਬਿਜਲੀ, ਖਾਦਾਂ, ਦਵਾਈਆਂ ਆਦਿ ਤੇ ਹੋਰ ਜ਼ਰੂਰੀ ਅਤੇ ਗੈਰ ਜ਼ਰੂਰੀ ਕਾਰਜਾਂ ਵਸਤਾਂ ਲਈ ਵੀ ਅਰਬਾਂ ਘਣ ਮੀਟਰ ਪਾਣੀ ਦੀ ਲੋੜ ਬਰਕਰਾਰ ਰਹਿੰਦੀ ਹੈ। ਡੰਡੀ ਮੌਜੂਦਾ ਕਾਰਖਾਨੇ ਜਾਂ ਯੋਜਨਾਵਾਂ ਅਨੁਸਾਰ ਜਲ ਲੋੜ ਸਾਲ 2025 'ਚ 282 ਅਰਬ ਘਣ ਮੀਟਰ ਹੋਵੇਗੀ, ਜੋ ਵੱਧਦੀ ਆਬਾਦੀ ਅਤੇ ਅਖੌਤੀ ਭੌਤਿਕ ਸਹੂਲਤਾਂ ਦੇ ਸਿੱਟੇ ਵਜੋਂ ਸੰਨ 2050 ਵਿੱਚ 428 ਅਰਬ ਘਣ ਮੀਟਰ ਹੋ ਜਾਵੇਗੀ। ਡੰਡੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਕਰੀਬ 1 ਲੀਟਰ ਪੈਟਰੋਲ ਸੋਧਣ ਲਈ 100 ਲੀਟਰ ਪਾਣੀ, 1 ਕਿਲੋ ਕਾਗਜ਼ ਲਈ 150 ਲੀਟਰ ਪਾਣੀ, ਕਿਲੋ ਮਾਸ ਜਾਂ ਆਲੂ ਪੈਦਾ ਕਰਨ ਹਿੱਤ 500 ਲੀਟਰ, 1 ਕਿਲੋ ਕਣਕ ਦੀ 1000 ਲੀਟਰ, ਸੇਰ ਪੱਕੇ ਦੁੱਧ ਲਈ 1500 ਲੀਟਰ, ਸੰਦਰਭ ਪਸ਼ੂਆਂ ਦਾ ਚਾਰਾ, ਖੁਰਾਕ, ਪੀਣ ਅਤੇ ਨਹਾਉਣ ਆਦਿ ਕਿਲੋ, ਚੀਨੀ ਹਿੱਤ 2000 ਲੀਟਰ, 1 ਕਿਲੋ ਚੌਲਾਂ ਲਈ ਔਸਤਨ 3000 ਲੀਟਰ, 1 ਟਨ ਸੀਮੈਂਟ ਬਣਾਉਣ ਲਈ 8000 ਲੀਟਰ ਅਤੇ ਟਨ ਲੋਹਾ ਨਿਰਮਾਣ ਲਈ ਤਕਰੀਬਨ 20000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਡੰਡੀ ਹਾਂ, ਇਹਨਾਂ ਵਸਤਾਂ ਕੁਝ ਇੱਕ ਤੋਂ ਬਿਨਾਂ ਜੀਵਨ ਨਿਰਬਾਹ ਸੰਭਵ ਨਹੀਂ, ਪਰ ਸੰਜਮੀ ਵਰਤੋਂ ਤਾਂ ਕੀਤੀ ਜਾ ਸਕਦੀ ਹੈ। ਡੰਡੀ ਪਰ ਲੀਟਰ ਸਾਫਟ ਡਰਿੰਕ ਬਣਾਉਣ ਦੀ ਪ੍ਰਕਿਰਿਆ ਦੌਰਾਨ 80 ਲੀਟਰ ਜਲ ਖਪਤ ਅਤੇ ਮਹਿਜ਼ 1 ਗਲਾਸੀ ਬੀਅਰ ਜਾਂ ਵਾਈਨ ਬਦਲੇ 250 ਲੀਟਰ ਪਾਣੀ ਦੀ ਬਰਬਾਦੀ ਕਰਨੀ ਤਾਂ ਨਿਰਾ ਉਜੜਪੁਣਾ ਹੈ। ਡੰਡੀ ਪਲਾਸਟਿਕ, ਟੋਹਰੀ, ਕੱਪੜੇ ਲੱਤੇ, ਹਾਰ ਸ਼ਿੰਗਾਰ ਅਤੇ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਅਸਲ ਵਿੱਚ ਡੋਲੇ ਜਾਂ ਗੰਧਲਾਏ ਜਾਂਦੇ ਲੱਖਾਂ ਘਣ ਲੀਟਰ ਪਾਣੀ ਦੀ ਗੱਲ ਕਿਤੇ ਫੇਰ ਸਹੀ। ਡੰਡੀ ਕਿੱਥੋਂ ਆਵੇਗਾ ਇੰਨਾ ਪਾਣੀ? ਇੱਕੋ ਇੱਕ ਹੱਲ
ਮੀਂਹ ਦੇ ਪਾਣੀ ਨੂੰ ਵੀ ਅਸੀਂ ਸਾਂਭ ਸਲੂਟ ਨਹੀਂ ਰਹੇ। ਡੰਡੀ ਜਲ ਤੱਗੀਆਂ ਦੀ ਮੁੜ ਭਰਪਾਈ ਰੀਚਾਰਜਿੰਗ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਡੰਡੀ ਕਾਰਨ ਜੰਗਲ ਕਟਾਈ ਅਤੇ ਕੰਕਰੀਟ ਕਲਚਰ। ਡੰਡੀ ਮੀਂਹ ਦੇ ਪਾਣੀ ਦਾ ਧਰਤੀ 'ਚ ਰਿਸਾਅ ਜਿਹੜਾ ਸੰਨ 2000 ਵਿੱਚ ਕਰੀਬ 300 ਅਰਬ ਘਣ ਮੀਟਰ ਸੀ, ਜੋ ਮੌਜੂਦਾ ਰੁਝਾਨਾਂ ਦੇ ਜਾਰੀ ਰਹਿਣ ਨਾਲ 2050 ਤੱਕ ਕਰੀਬ 200 ਅਰਬ ਘਣ ਮੀਟਰ ਹੀ ਰਹਿ ਜਾਵੇਗਾ, ਜਿਹੜਾ ਅਸਲ ਲੋੜ 40% 1600 ਅਰਬ ਘਣ ਮੀਟਰ ਤੋਂ ਕਿਤੇ ਘੱਟ ਹੋਵੇਗਾ। ਡੰਡੀ ਘਟ ਰਹੀ ਰੀਚਾਰਜਿੰਗ ਕਈ ਹੋਰ ਅਲਾਮਤਾਂ ਨੂੰ ਵੀ ਜਨਮ ਦੇਵੇਗੀ ਅਤੇ ਇਸ ਤਰ੍ਹਾਂ ਜ਼ਮੀਨ ਦਾ ਗਰਕਣਾ, ਸਮੁੰਦਰੀ ਲੂਣੇ ਪਾਣੀਆਂ ਦਾ ਖਾਲੀ ਹੋਈਆਂ ਜਲ ਤੱਗੀਆਂ ਵੱਲ ਵਹਾਅ ਉਪਰੰਤ ਉਸ ਉੱਪਰ ਨੂੰ ਖੁਚਾਈ ਕਲਰ ਅਲਾਮਤਾਂ ਸਮੇਤ ਹੇਠਲੇ ਜਲ ਖਲਾਅ, ਧਰਤੀ ਹੇਠਲੀਆਂ ਪਲੇਟਾਂ ਦੇ ਗਰਕਣ ਅਤੇ ਭੂਚਾਲਾਂ ਕਾਰਨ ਬਣੇਗੀ। ਡੰਡੀ 1947 ਈਸਵੀ ਵਿੱਚ ਦੇਸ਼ ਦਾ ਬਟਵਾਰਾ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਵੇਲੇ ਪੰਜਾਬ ਯੂਨੀਵਰਸਿਟੀ ਸੰਯੁਕਤ ਪੰਜਾਬ ਦੀ ਇੱਕੋ ਇੱਕ ਯੂਨੀਵਰਸਿਟੀ ਸੀ ਡੰਡੀ। ਇਸ ਦਾ ਸਰਦੀਆਂ ਦਾ ਹੈੱਡਕੁਆਟਰ ਲਾਹੌਰ ਅਤੇ ਗਰਮੀਆਂ ਦਾ ਹੈੱਡਕੁਆਟਰ ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲੇ ਦੀਆਂ ਪਹਾੜੀਆਂ ਅੰਦਰ ਸੋਲਨ ਵਿਖੇ ਸੀ। ਡੰਡੀ ਦੇਸ਼ ਦੇ ਵੰਡਾਰੇ ਉਪਰੰਤ ਕੁਝ ਸਾਲਾਂ ਲਈ ਪੰਜਾਬ ਯੂਨੀਵਰਸਿਟੀ ਦਾ ਦਫ਼ਤਰ ਸੋਲਨ ਵਿਖੇ ਹੀ ਰਿਹਾ। ਡੰਡੀ ਉਪਰੰਤ ਜਦੋਂ ਦਾ ਚੰਡੀਗੜ੍ਹ ਬਣਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸਥਾਈ ਰੂਪ ਵਿੱਚ ਇਹ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਕਟਰ 14 ਵਿੱਚ ਸਥਿਤ ਹੈ। ਡੰਡੀ ਪੈਰਾ ਉਹਨਾਂ ਦਿਨਾਂ ਤੇ ਅਜੋਕੇ ਸਮੇਂ ਵਿੱਚ ਜ਼ਮੀਨ ਤੇ ਆਸਮਾਨ ਦਾ ਫਰਕ ਹੈ। ਡੰਡੀ ਉਸ ਸਮੇਂ ਦੇ ਸੰਯੁਕਤ ਪੰਜਾਬ ਵਿੱਚ ਪਾਕਿਸਤਾਨ ਦੇਸ਼ ਅਤੇ ਹਰਿਆਣਾ ਰਾਜ ਤੋਂ ਛੁੱਟ ਵਰਤਮਾਨ ਪੰਜਾਬੀ ਬੋਲੀ ਦੇ ਆਧਾਰ 'ਤੇ ਬਣਿਆ ਪੰਜਾਬ ਰਾਜ ਵੀ ਸ਼ਾਮਲ ਸੀ ਤੇ ਇੰਨੇ ਵੱਡੇ ਇਲਾਕੇ ਲਈ ਕੇਵਲ ਇੱਕ ਯੂਨੀਵਰਸਿਟੀ ਹੀ ਕਾਫੀ ਸਮਝੀ ਗਈ ਸੀ। ਡੰਡੀ ਪਰੰਤੂ ਅੱਜ ਹਾਲਾਤ ਬਦਲ ਗਏ ਹਨ। ਜ਼ਮਾਨਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਾਂ ਇਉਂ ਕਹਿ ਲਵੋ ਕਿ ਦੇਸ਼ ਉੱਨਤੀ ਦੇ ਰਾਹ 'ਤੇ ਚੱਲ ਪਿਆ ਹੈ। ਡੰਡੀ ਹੁਣ ਪੁਰਾਣੀ ਪੰਜਾਬ ਯੂਨੀਵਰਸਿਟੀ ਤੋਂ ਬਿਨਾਂ 3 ਹੋਰ ਯੂਨੀਵਰਸਿਟੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਤੀਸਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਂਦ ਵਿੱਚ ਆ ਚੁੱਕੀਆਂ ਹਨ। ਬਾਵਜੂਦ ਇਸ ਤੱਥ ਦੇ ਕਿ ਪੰਜਾਬ ਪੰਜਾਂ ਪਾਣੀਆਂ ਦਾ ਰਾਜ ਹੋਣ ਦਾ ਗੌਰਵ ਗਵਾ ਬੈਠਾ ਹੈ। ਡੰਡੀ ਸਾਡੇ ਦੇਸ਼ ਵਿੱਚ ਮੀਂਹਾਂ ਤੇ 12ਮਾਹੀ ਨਦੀਆਂ ਰਾਹੀਂ ਕਰੀਬ 4000 ਘਣ ਕਿਲੋਮੀਟਰ ਪਾਣੀ ਆਉਂਦਾ ਹੈ। ਉਪਯੋਗ ਸਿਰਫ 20-50 ਹੁੰਦਾ ਹੈ। ਲੋੜ ਹਿੱਤ ਬਾਕੀ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਡੰਡੀ ਅੰਦਾਜ਼ਨ ਕਰੀਬ 6500 ਪਾਣੀ ਖੇਤੀ ਲਈ ਅਤੇ ਥੋੜ੍ਹੇ ਬਹੁਤੇ ਫਰਕ ਨਾਲ 20% ਉਦਯੋਗਾਂ ਅਤੇ 15% ਘਰੇਲੂ ਵਰਤੋਂ ਲਈ ਹੋ ਰਿਹਾ ਹੈ। ਡੰਡੀ ਬੇਸ਼ੱਕ ਵੱਧ ਬਰਬਾਦੀ ਅਤੇ ਗੰਧਲਾਪਨ ਉਦਯੋਗ ਕਰਦੇ ਹਨ, ਪਰ 2-3 ਪਰਤੀ ਹਾਈਬ੍ਰਿਡਡ ਘਣੀ ਖੇਤੀ ਅਤੇ ਸਮਝਦਾਰੀ ਰਹਿਤ ਸਿੰਜਾਈ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਡੰਡੀ ਸੋ ਉਦਯੋਗੀ ਧਨ ਕੁਬੇਰਾਂ
ਜਿਹੜੇ ਦਿਨ ਰਾਤ ਪਤਾਲ 'ਚੋਂ ਮਣਾ ਮੋਹੀ ਪਾਣੀ ਖਿੱਚ ਰਹੇ ਹਨ ਨੂੰ ਨੱਥ ਮਾਰਨ ਸਮੇਤ ਬਹੁਤੀ ਭਰਤੀ ਫਸਲਾਂ ਅਤੇ ਵਿਗਿਆਨਕ ਤੇ ਮਿਣਵੀਂ ਸਿੰਜਾਈ ਪ੍ਰਣਾਲੀ ਵੱਲ ਤੁਰੰਤ ਮੁੜਨਾ ਪਵੇਗਾ। ਡੰਡੀ ਭਾਰਤ ਵਿੱਚ ਔਸਤਨ ਸਾਲਾਨਾ ਵਰਖਾ 1200 ਮਿਲੀਮੀਟਰ ਪੈਂਦੀ ਸੀ ਤੇ ਹੈ ਖੇਤਾਂ ਵਿਸ਼ੇਸ਼ 200 ਤੋਂ 11,000 ਮਿਲੀਮੀਟਰ ਡੰਡੀ, ਪਰ ਇਸ ਦਾ 70% ਹਿੱਸਾ ਬਰਸਾਤਾਂ ਦੇ ਮਾਤਰ 100 ਕੁ ਦਿਨਾਂ ਵਿੱਚ ਹੀ ਵਰ ਜਾਂਦਾ ਹੈ। ਡੰਡੀ ਇਸ ਦਾ ਅੱਧਾ ਮਹਿਜ 25-30 ਘੜੀਆਂ ਵਿੱਚ ਹੀ, ਜਿਸ ਨੂੰ ਮੋਹਲੇਧਾਰ ਮੀਂਹ ਕਿਹਾ ਜਾਂਦਾ ਹੈ। ਡੰਡੀ ਸਾਡੀਆਂ ਅਸਮਰਥਾਵਾਂ ਨਲਾਇਕੀਆਂ ਕਾਰਨ ਇਹੀ ਪਾਣੀ ਸਾਨੂੰ ਰੋੜਦਾ ਖੋਰਦਾ ਅਤੇ ਨੁਕਸਾਨਦਾ ਹੈ। ਡੰਡੀ ਹੁਣ ਖੇਤੀ ਤੇ ਹੋਰ ਸੰਭਾਵਿਤ ਲੋੜਾਂ ਲਈ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਰਤੋਂ ਤੇ ਇਸ ਨੂੰ ਧਰਤੀ 'ਚ ਭੇਜਣਾ ਅਣਸਰਦੀ ਲੋੜ ਹੈ। ਡੰਡੀ ਸਾਵੀਂ ਵਰਖਾ ਲਈ ਸਾਨੂੰ ਉਹ ਕਾਰਕ ਵੀ ਮੁੜ ਸਿਰਜਣੇ ਪੈਣੇ ਹਨ ਜਿਹੜੇ ਵਰਖਾ ਵਧਾਉਣ 'ਚ ਸਹਾਈ ਹੁੰਦੇ ਹਨ ਅਤੇ ਉਹ ਕਾਰਨ ਤਣਜੇ ਪੈਣੇ ਹਨ ਜਿਨ੍ਹਾਂ ਕਾਰਨ ਵਰਖਾ ਗੜਬੜਾ ਜਾਂਦੀ ਹੈ। ਡੰਡੀ ਦਰ ਹਕੀਕਤ ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਬਾਕੀ ਸਭ ਵਗਦਾ ਖੜੋਤਾ ਨਦੀਆਂ ਝੀਲਾਂ ਜ਼ਮੀਨ ਹੇਠਲਾ ਪਾਣੀ ਸਾਰੇ ਹੀ ਦੋਇਮ ਦਰਜੇ ਦੇ ਸੋਮੇ ਹਨ। ਡੰਡੀ ਸਮੁੱਚੀ ਧਰਤੀ ਉੱਤੇ 1358 ਲੱਖ ਘਣ ਕਿਲੋਮੀਟਰ ਪਾਣੀ ਹੈ। ਡੰਡੀ ਜੇ ਇਸ ਨੂੰ ਸਾਰੀ ਧਰਤੀ 'ਤੇ ਫੈਲਾ ਦਈਏ ਤਾਂ ਔਸਤਨ 2.7 ਕਿਲੋਮੀਟਰ ਦੀ ਜਲ ਉਚਾਈ ਹੇਠ ਸਾਰੀ ਧਰਤੀ ਡੁੱਬ ਜਾਵੇਗੀ, ਪਰ ਕੁੱਲ ਪਾਣੀ ਦਾ 96% 13-17 ਲੱਖ ਘਣ ਕਿਲੋਮੀਟਰ ਸਮੁੰਦਰਾਂ ਵਿੱਚ, ਧਰਤੀ ਉੱਤੇ ਅਤੇ ਧਰਤ ਹੇਠ 3% 17 ਖਲਾ ਹਵਾ ਗੈਸ ਆਸਮਾਨ 'ਚ 1% ਹੈ। ਡੰਡੀ ਸਤ੍ਹਾ ਉਤਲਾ ਤੇ ਜ਼ਮੀਨ ਦੋਜ ਅਤੇ ਖਲਾ ਜਲ ਕੁੱਲ 3% ਜਾਣੀ 37+4 ਲੱਖ ਘਣ ਕਿਲੋਮੀਟਰ ਦੀ ਕੁਦਰਤਨ ਵੰਡ ਇਵੇਂ ਆਂਕੀ ਗਈ ਹੈ। ਠੋਸ ਧਰੁਵ ਗਲੇਸ਼ੀਅਰ ਬਰਫ਼ ਪਹਾੜ ਇਸ 'ਤੇ 3% ਦਾ ਅੱਧਾ ਜਾਣੀ 1.5% ਅਰਥਾਤ 4 ਥਲ ਉੱਤੇ ਤੇ ਜ਼ਮੀਨ ਹੇਠ ਨਦੀਆਂ ਝਰਨੇ ਜਲ ਕੁੰਡ ਜਲ ਤੱਗੀ 1% ਅਰਥਾਤ 9-8 ਲੱਖ ਘਣ ਕਿਲੋਮੀਟਰ ਹੈ। ਡੰਡੀ ਇਹੀ 1% ਪਾਣੀ ਸਾਡੀ ਰੋਜ਼ਮਰਾ ਪੀਣ ਘਰੇਲੂ ਪਸ਼ੂ ਧਨ ਸਿੰਜਾਈ ਦੇ ਉਦਯੋਗ ਆਦਿ ਵਰਤੋਂ ਹੇਠ ਜਾਂ ਵਰਤਿਆ ਜਾ ਸਕਦਾ ਹੈ। ਡੰਡੀ ਸ਼ੁੱਧ ਪਾਣੀ ਦੇ ਇਹ ਜਲ ਸੋਮੇ ਮਨੁੱਖੀ ਆਪਹੁਦਰੀਆਂ ਕਾਰਨ ਮੁੱਕ ਮਰ ਰਹੇ ਹਨ। ਡੰਡੀ ਇਸ ਸਮੇਂ ਦੁਨੀਆ ਦਾ ਹਰ 10ਵਾਂ ਪਿਆਸਾ ਵਿਅਕਤੀ ਅਤੇ ਚੌਥਾਈ ਜਲ ਸੰਕਟ ਗ੍ਰਸਤ ਖੇਤਰ ਭਾਰਤ ਦਾ ਹੈ। ਭਾਰਤ ਦੀ ਮੌਜੂਦਾ ਜਲ ਖਪਤ ਜਿਹੜੀ 750 ਅਰਬ ਘਣ ਮੀਟਰ ਹੈ, 2050 ਤੱਕ ਕਰੀਬ 1300 ਹੋ ਜਾਵੇਗੀ। ਡੰਡੀ ਪੁਖਤਾ ਹੱਲ ਮੀਂਹ ਵਾਲੇ ਪਾਣੀ ਦੀ ਸਾਂਭ ਸਲੂਟ ਤੇ ਹੀ ਰੀਚਾਰਜਿੰਗ ਰਾਹੀਂ ਸੰਭਵ ਹੈ। ਡੰਡੀ ਸ਼ੁਕਰ ਹੈ ਕੁਦਰਤੀ ਜਲ ਚੱਕਰ ਬਦੌਲਤ ਭਾਰਤੀ ਸਤ੍ਹਾ ਉੱਤੇ 40,000 ਘਣ ਕਿਲੋਮੀਟਰ ਪਾਣੀ ਵਰਸਦਾ ਹੈ। ਡੰਡੀ ਅਵੇਸਲੇਪਨ ਨਾਲ ਇਸ ਦਾ 2/3 ਹਿੱਸਾ ਵਗ ਜਾਂਦਾ ਹੈ। ਡੰਡੀ ਹਾਲੇ ਵੀ ਕੁਦਰਤੀ ਜਲ ਕੁੰਡਾਂ ਅਤੇ ਜ਼ਮੀਨੀ ਰਸਾਂ ਨਾਲ ਖੁਦ ਬਖੁਦ 14,000 ਘਣ ਕਿਲੋਮੀਟਰ ਸੰਭਾਲ ਹੋ ਜਾਂਦਾ ਹੈ। ਡੰਡੀ ਪਰ ਕੀ ਭਵਿੱਖ 'ਚ ਵੀ ਇੰਨਾ ਕੁ ਹੁੰਦਾ ਰਹੇਗਾ? ਮੌਜੂਦਾ ਸਥਿਤੀਆਂ
ਪਰਿਸਥਿਤੀਆਂ ਮੁਤਾਬਕ ਤਾਂ ਅਸੰਭਵ ਜਾਪਦਾ ਹੈ ਡੰਡੀ। ਕੀ ਵਰਖਾ ਦੀ ਮੌਜੂਦਾ ਦਰ ਵੀ ਜਾਰੀ ਰਹੇਗੀ ਡੰਡੀ? ਇਹ ਵੀ ਅਸੰਭਵ ਜਾਪਦੀ ਹੈ ਡੰਡੀ। ਮਨੁੱਖ ਵੱਲੋਂ ਖੁਦ ਸਿਰਜੀ ਆਲਮੀ ਤਪਸ਼ ਨੇ ਮੌਸਮ ਗੜਬੜਾ ਦਿੱਤੇ ਹਨ ਡੰਡੀ। ਧਰਤੀ ਦਾ ਤਾਪਮਾਨ 1.5 ਡਿਗਰੀ ਵੀ ਵੱਧ ਜਾਵੇ ਤਦ ਮੀਂਹ ਪੈਣ ਦੀ ਸੰਭਾਵਨਾ 10% ਘਟ ਜਾਂਦੀ ਹੈ ਅਤੇ ਜਲ ਵਹਿਣਾਂ ਦੇ ਵਹਾਅ ਵਿੱਚ 60% ਦੀ ਕਮੀ ਆ ਜਾਂਦੀ ਹੈ ਡੰਡੀ। ਠੀਕ ਹੈ, ਸਾਵੇਂ ਮੀਂਹਾਂ ਲਈ ਸਾਵੇਂ ਵਾਤਾਵਰਣ ਅਤੇ ਭਰਪੂਰ ਜੰਗਲਾਂ ਦੀ ਲੋੜ ਹੈ, ਪਰ ਜਲ ਸੰਕਟ ਦਾ ਹਕੀਕੀ ਹੱਲ ਲੋਕ ਪੱਖੀ ਨਿਜ਼ਾਮ ਅਤੇ ਸਾਦੀ ਜੀਵਨ ਜਾਚ ਨਾਲ ਵੀ ਬੱਝਾ ਹੋਇਆ ਹੈ ਡੰਡੀ। ਇਹੀ ਉਹ ਗੱਲ ਹੈ ਜਿਹੜੀ ਬਹੁਤਿਆਂ ਦੇ ਪੱਲੇ ਨਹੀਂ ਪੈਂਦੀ ਡੰਡੀ। ਮੁੱਕਦੀ ਗੱਲ ਕੁਦਰਤ ਇੱਕ ਜਲ ਚੱਕਰ ਦੇ ਰੂਪ ਵਿੱਚ ਸਾਨੂੰ ਪਾਣੀ ਦਿੰਦਾ ਹੈ ਡੰਡੀ। ਅਸੀਂ ਉਸ ਚੱਕਰ ਦਾ ਮਹੱਤਵਪੂਰਨ ਹਿੱਸਾ ਹਾਂ ਡੰਡੀ। ਇਸ ਚੱਕਰ ਨੂੰ ਚੱਲਦਾ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਡੰਡੀ। ਇਸ ਚੱਕਰ ਦਾ ਰੁਕ ਜਾਣਾ ਜੀਵਨ ਦਾ ਅੰਤ ਹੈ ਡੰਡੀ। ਪਾਣੀ 100% ਕੁਦਰਤੀ ਨਿਆਮਤ ਹੈ ਡੰਡੀ। ਇਹ ਬਣਾਇਆ ਨਹੀਂ ਜਾ ਸਕਦਾ ਡੰਡੀ। ਇਸ ਦੀ ਸੰਜਮੀ ਵਰਤੋਂ ਕੀਤੀ ਜਾ ਸਕਦੀ ਹੈ ਡੰਡੀ। ਇਹ ਸ਼ੁੱਧ ਰੱਖਿਆ ਜਾ ਸਕਦਾ ਹੈ, ਬਚਾਇਆ ਜਾ ਸਕਦਾ ਹੈ ਅਤੇ ਰੀਚਾਰਜ ਕੀਤਾ ਜਾ ਸਕਦਾ ਹੈ ਡੰਡੀ। ਠੀਕ ਹੈ, ਸਟਾਰਟ। ਕਰੀਬ 40-50 ਸਾਲ ਪਹਿਲਾਂ ਜਦੋਂ ਕੋਈ ਪੰਜਾਬ 'ਚੋਂ ਖਰੜ ਵਾਲੇ ਪਾਸਿਓਂ ਚੰਡੀਗੜ੍ਹ ਆਉਂਦਾ ਤਾਂ ਨਦੀ ਦਾ ਪੁਲ ਪਾਰ ਕਰਦਿਆਂ ਹੀ ਪੁਰਾਣੀ ਖਰੜ ਕਾਲਕਾ ਸੜਕ ਉੱਤੇ ਲੱਗੇ ਜਾਮਣਾਂ ਦੇ ਵੱਡੇ ਵੱਡੇ ਰੁੱਖਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਡੰਡੀ। ਖਾਸ ਕਰ ਮੋਹਾਲੀ ਪਿੰਡ ਦੇ ਪਾਸ ਤਾਂ ਸੜਕਾਂ ਉੱਤੇ ਇਹ ਰੁੱਖ ਦੇਖਣ ਯੋਗ ਹੁੰਦੇ ਸਨ ਡੰਡੀ। ਜਦੋਂ ਜੂਨ ਜੁਲਾਈ ਦੇ ਮਹੀਨੇ ਕੋਈ ਇਸ ਸੜਕ 'ਤੇ ਆਉਂਦਾ ਤਾਂ ਉਹ ਚੰਡੀਗੜ੍ਹ ਦੇ ਬਜਵਾੜਾ ਚੌਂਕ ਤੱਕ ਜਾਮਣਾਂ ਦੇ ਰੁੱਖਾਂ 'ਤੇ ਲੱਗੀਆਂ ਮਣਾ ਮੋਹੀ ਜਾਮਣਾਂ ਦੇਖ ਕੁਦਰਤ ਦੀ ਇਸ ਦੇਣ ਪ੍ਰਤੀ ਖੂਬ ਅਚੰਭੇ ਵਿੱਚ ਪੈ ਜਾਂਦਾ ਡੰਡੀ। ਇਸ ਸੜਕ ਦੇ ਦੋਵੇਂ ਪਾਸੇ ਲੱਗੇ ਜਾਮਣਾਂ ਦੇ ਵੱਡੇ ਵੱਡੇ ਰੁੱਖ ਕਾਲੀਆਂ ਮੋਟੀਆਂ ਤੇ ਰਸ ਭਰੀਆਂ ਜਾਮਣਾਂ ਸਭ ਦੇ ਮਨ ਨੂੰ ਲਲਚਾ ਦਿੰਦੀਆਂ ਡੰਡੀ। ਲੋਕ ਤੇ ਇਲਾਕੇ ਦੇ ਬੱਚੇ ਹੇਠ ਡਿੱਗਦੀਆਂ ਖੱਟੀਆਂ ਮਿੱਠੀਆਂ ਜਾਮਣਾਂ ਦਾ ਆਨੰਦ ਲੈਂਦੇ ਡੰਡੀ। ਬੱਚੇ ਤਾਂ ਖੇਡਦੇ ਖੇਡਦੇ ਹੀ ਜਾਮਣਾਂ ਨਾਲ ਪੱਲੇ ਭਰ ਲੈਂਦੇ, ਜਿਵੇਂ ਜਾਮਣਾਂ ਦਾ ਭੰਡਾਰਾ ਹੀ ਲੱਗ ਜਾਂਦਾ ਡੰਡੀ। ਸੜਕਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਹਰ ਘਰ 'ਚ ਜਾਮਣਾਂ ਪਈਆਂ ਮਿਲ ਜਾਂਦੀਆਂ, ਕਿਉਂਕਿ ਸੜਕ ਬਹੁਤ ਚੱਲਦੀ ਸੀ ਅਤੇ ਲੋਕਾਂ ਦਾ ਚੰਡੀਗੜ੍ਹ ਆਉਣਾ ਜਾਣਾ ਬਣਿਆ ਹੀ ਰਹਿੰਦਾ ਡੰਡੀ। ਖਾਸ ਕਰਕੇ ਢਾਹੇ ਦੇ ਇਲਾਕੇ ਮੋਰਿੰਡਾ ਤੋਂ ਪਾਰ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦਾ ਇਲਾਕਾ ਤੋਂ ਆਉਂਦੇ ਲੋਕ ਤਾਂ ਇਹਨਾਂ ਜਾਮਣਾਂ ਦਾ ਖੂਬ ਆਨੰਦ ਲੈਂਦੇ ਅਤੇ ਵਾਪਸੀ 'ਤੇ ਜਾਮਣਾਂ ਖਰੀਦ ਕੇ ਵੀ ਲੈ ਜਾਂਦੇ ਡੰਡੀ। ਜਾਮਣਾਂ ਦੇ ਮੌਸਮ ਵਿੱਚ ਜਾਮਣਾਂ ਵੇਚਣ ਵਾਲਿਆਂ ਦਾ ਧੰਦਾ ਵੀ ਖੂਬ ਚੱਲਦਾ ਡੰਡੀ। ਸੜਕ ਦੇ ਦੋਹੀਂ ਪਾਸੇ ਕਾਲੀਆਂ ਕਾਲੀਆਂ ਜਾਮਣਾਂ ਦੇ ਢੇਰ ਲਗਾ ਕੇ ਅਨੇਕਾਂ ਆਦਮੀ ਔਰਤਾਂ ਅਤੇ ਉਹਨਾਂ ਦੇ ਬੱਚੇ ਜਾਮਣਾਂ ਵੇਚਦੇ ਡੰਡੀ। ਉਹ ਉੱਚੀ ਉੱਚੀ ਆਵਾਜ਼ਾਂ ਵਿੱਚ ਜਾਮਣਾਂ ਵੇਚਣ ਦਾ ਹੋਕਾ ਦਿੰਦੇ ਹੋਏ ਜਾਮਣਾਂ ਵਰਗੀਆਂ ਹੀ ਰਸ ਭਰੀਆਂ ਆਵਾਜ਼ਾਂ ਕੱਢਦੇ ਹੋਏ ਕਹਿੰਦੇ, ਚੱਲਿਆ ਆ ਕਾਲੇ ਈ ਕਾਲੇ ਰਾਹ
ਚੱਲਿਆ ਕਾਲੇ ਕਾਲੇ ਰਾਹ ਡੰਡੀ। ਜਿਵੇਂ ਰਸ ਭਰੀਆਂ ਮਿੱਠੀਆਂ ਜਾਮਣਾਂ ਵੇਚਦਿਆਂ ਉਹਨਾਂ ਦੀਆਂ ਆਵਾਜ਼ਾਂ ਵੀ ਰਸ ਭਰੀਆਂ ਹੋ ਗਈਆਂ ਹੁਣ ਡੰਡੀ। ਦੂਰ ਦੂਰ ਤੱਕ ਜਾਮਣਾਂ ਦੇ ਢੇਰ ਅਤੇ ਸੜਕ ਦੇ ਕਿਨਾਰੇ ਆਪਣੀਆਂ ਟੋਕਰੀਆਂ ਭਰੀ ਬੈਠੇ ਅਨੇਕਾਂ ਪਰਿਵਾਰਾਂ ਨੂੰ ਦੇਖ ਰਸਤੇ ਵਿੱਚ ਕਾਲੇ ਕਾਲੇ ਹੀ ਲੱਗਦੇ ਸਨ ਡੰਡੀ। ਸੜਕਾਂ 'ਤੇ ਡਿੱਗੀਆਂ ਅਤੇ ਟੁੱਟ ਚੁੱਕੀਆਂ ਜਾਮਣਾਂ ਨੂੰ ਤਾਂ ਕੋਈ ਚੁੱਕਦਾ ਨਹੀਂ ਸੀ। ਇਸ ਤਰ੍ਹਾਂ ਸੜਕਾਂ ਵੀ ਕਾਲੀਆਂ ਹੋਰ ਕਾਲੀਆਂ ਨਜ਼ਰ ਆਉਂਦੀਆਂ ਡੰਡੀ। ਸਮੇਂ ਅਤੇ ਵਾਤਾਵਰਣ ਦੇ ਅਨੁਸਾਰ ਉਹਨਾਂ ਦਾ ਕਾਲੇ ਕਾਲੇ ਰਾਹ ਵਾਲਾ ਹੋਕਾ ਬਿਲਕੁਲ ਉਹਨਾਂ ਦੀ ਰੋਜੀ ਨਾਲ ਢੁੱਕਦਾ ਸੀ ਅਤੇ ਇਸ ਤਰ੍ਹਾਂ ਗਾਹਕ ਆਪਣੇ ਆਪ ਹੀ ਉਹਨਾਂ ਵੱਲ ਖਿੱਚੇ ਚਲੇ ਜਾਂਦੇ ਡੰਡੀ। ਉਹਨਾਂ ਦਿਨਾਂ ਵਿੱਚ ਜਾਮਣਾਂ ਭਾਵੇਂ ਬਹੁਤ ਜ਼ਿਆਦਾ ਮਾਤਰਾ ਵਿੱਚ ਸਨ, ਪਰ ਸਸਤੀਆਂ ਹੋਣ ਕਰਕੇ ਗਾਹਕ ਵੀ ਚੋਖਾ ਪੈਂਦਾ ਡੰਡੀ। 2-3 ਰੁਪਏ ਵਿੱਚ ਕਿਲੋ ਜਾਮਣਾਂ ਆਮ ਮਿਲ ਜਾਂਦੀਆਂ ਡੰਡੀ। ਪਰ ਇਸ ਤਰ੍ਹਾਂ ਵੇਚਣ ਵਾਲੇ ਆਪਣੀ ਚੰਗੀ ਦਿਹਾੜੀ ਬਣਾ ਲੈਂਦੇ ਡੰਡੀ। ਕਈ ਵਾਰ ਤਾਂ ਦੇਖ ਕੇ ਮਨ ਹੈਰਾਨ ਹੁੰਦਾ ਸੀ ਕਿ ਇਹ ਵੱਡੇ ਵੱਡੇ ਜਾਮਣਾਂ ਦੇ ਰੁੱਖ ਮਨੁੱਖ ਵੱਲੋਂ ਹੀ ਲਗਾਏ ਗਏ ਸਨ ਅਤੇ ਸਾਡੇ ਉਹ ਬਜ਼ੁਰਗ ਕਿੰਨੇ ਭਲੇ ਸਨ ਜਿਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਧਿਆਨ ਰੱਖ ਕੇ ਇੰਨੇ ਵਧੀਆ ਰੁੱਖ ਲਗਾਏ ਅਤੇ ਮੇਵੇ ਪ੍ਰਦਾਨ ਕੀਤੇ ਡੰਡੀ। ਅਜਿਹੀ ਸੋਚ ਵਾਲੇ ਲੋਕਾਂ ਪ੍ਰਤੀ ਸ਼ਰਧਾ ਵਜੋਂ ਸਿਰ ਵੀ ਆਪਣੇ ਆਪ ਹੀ ਝੁਕ ਜਾਂਦਾ ਡੰਡੀ। ਬਹੁਤ ਸਿਆਣੇ ਲੋਕ ਉਹਨਾਂ ਦੀ ਇਸ ਮਿਹਨਤ ਤੋਂ ਸਬਕ ਲੈ ਕੇ ਆਪ ਵੀ ਰੁੱਖ ਜਾਂ ਆਪਣੇ ਵਿਹੜੇ ਜਾਮਣ ਦਾ ਰੁੱਖ ਲਗਾਉਣ ਦਾ ਯਤਨ ਕਰਦੇ ਡੰਡੀ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਚੰਡੀਗੜ੍ਹ ਦੇ ਸੈਕਟਰਾਂ ਵਿੱਚ ਕਈ ਘਰਾਂ ਵਿੱਚ ਜਾਮਣ ਦੇ ਰੁੱਖ ਦੇਖਣ ਨੂੰ ਮਿਲ ਜਾਂਦੇ ਹਨ ਡੰਡੀ। ਹੁਣ ਵੀ ਜਾਮਣਾਂ ਦੇ ਮੌਸਮ ਵਿੱਚ ਕਿਤੇ ਕਿਤੇ ਜਾਮਣਾਂ ਵੇਚਣ ਵਾਲੇ ਦੇਖੇ ਜਾਂਦੇ ਹਨ, ਪਰ ਪਤਾ ਨਹੀਂ ਉਹ ਕਿੱਥੋਂ ਦੂਰ ਦੂਰ ਤੋਂ ਤੋੜ ਕੇ ਜਾਮਣਾਂ ਲਿਆਉਂਦੇ ਹੋਣਗੇ ਡੰਡੀ। ਇਸ ਫਲ ਨੂੰ ਤੋੜਨਾ ਅਤੇ ਸਾਂਭਣਾ ਵੀ ਕਾਫੀ ਮਿਹਨਤ ਅਤੇ ਸਮਝਦਾਰੀ ਦਾ ਕੰਮ ਹੈ ਡੰਡੀ। ਇਹੀ ਕਾਰਨ ਹੈ ਕਿ ਸਾਨੂੰ ਅੱਜ ਜਾਮਣਾਂ ਖਰੀਦਣ ਲਈ 1 ਕਿਲੋ ਦੇ 100-125 ਰੁਪਏ ਦੇਣੇ ਪੈਂਦੇ ਹਨ ਡੰਡੀ। ਕਈ ਵਾਰ ਤਾਂ ਭਾਅ ਸੁਣ ਕੇ ਮਨ ਖਰੀਦਣ ਤੋਂ ਚੁੱਪ ਵੱਟ ਲੈਂਦਾ ਹੈ ਡੰਡੀ। ਫਿਰ ਯਾਦ ਕਰਦਾ ਹਾਂ ਉਹਨਾਂ ਕਾਲੇ ਕਾਲੇ ਰਾਹਾਂ ਵਾਲੇ ਕਾਲੀਆਂ ਕਾਲੀਆਂ ਜਾਮਣਾਂ ਦੇ ਲੱਗੇ ਢੇਰਾਂ ਨੂੰ ਡੰਡੀ। ਅੱਜ ਕੋਈ ਜਾਮਣਾਂ ਵੇਚਣ ਵਾਲਾ ਉਹ ਕਾਲੇ ਰਾਹ ਵਾਲੀ ਮਿੱਠੀ ਸੁਰ ਵੀ ਨਹੀਂ ਕੱਢਦਾ, ਕਿਉਂਕਿ ਜਾਮਣਾਂ ਦਾ ਮੁੱਲ ਸੁਣ ਕੇ ਉਹਨਾਂ ਪਾਸ ਕੋਈ ਗਾਹਕ ਹੀ ਰੁਕਦਾ ਹੈ ਡੰਡੀ। ਸੜਕ 'ਤੇ ਲੱਗੇ ਮੋਹਾਲੀ ਪਿੰਡ ਵਾਲੇ ਉਹ ਸਾਰੇ ਵੱਡੇ ਵੱਡੇ ਰੁੱਖ ਪਤਾ ਨਹੀਂ ਕਿੱਥੇ ਗਏ। ਕੁਝ ਸੁੱਕ ਕੇ ਢਹਿ ਢੇਰੀ ਹੋ ਗਏ ਅਤੇ ਕੁਝ ਸਾਡੇ ਵਿਕਾਸ ਦੀ ਭੇਟ ਚੜ੍ਹ ਗਏ ਡੰਡੀ। ਉਸ ਸੜਕ 'ਤੇ ਹੁਣ ਕੋਈ ਵੀ ਨਵਾਂ ਜਾਮਣ ਦਾ ਰੁੱਖ ਲੱਗਿਆ ਨਜ਼ਰ ਨਹੀਂ ਆਉਂਦਾ ਡੰਡੀ। ਸੰਯੁਕਤ ਕਿਸਾਨ ਮੋਰਚੇ ਦਾ ਵੋਟਰ ਵਿਪ ਜਾਰੀ ਕਰਨ ਦਾ ਫੈਸਲਾ ਇੱਕ ਹੋਰ ਜਮਹੂਰੀਅਤ ਪੱਖੀ ਪਹਿਲ ਕਦਮੀ ਹੈ ਡੰਡੀ। ਉਹ ਵੀ ਅਜਿਹੇ ਦੌਰ ਦੌਰਾਨ ਜਦੋਂ ਰਸਮੀ ਜਮਹੂਰੀ ਅਦਾਰੇ ਅਤੇ ਰਵਾਇਤਾਂ ਗਿਰਾਵਟ ਦਾ ਸ਼ਿਕਾਰ ਹਨ ਡੰਡੀ। ਦੇਸ਼ ਦੀਆਂ ਸੜਕਾਂ ਉੱਤੇ ਉਸ ਵਕਤ ਜਮਹੂਰੀਅਤ ਦੀ ਬਹਾਲੀ ਹੋ ਰਹੀ ਹੈ ਜਦੋਂ ਸੰਵਿਧਾਨਕ ਜਮਹੂਰੀ ਢਾਂਚਾ ਨਿਘਾਰ ਵੱਲ ਜਾ ਰਿਹਾ ਹੈ ਡੰਡੀ। ਵੋਟਰ ਵਿਪ ਪਿੱਛੇ ਵਿਚਾਰ ਬੜਾ ਸਾਦਾ ਪਰ ਮਜ਼ਬੂਤ ਹੈ ਡੰਡੀ। ਸਾਡੇ ਮੁਲਕ ਵਿੱਚ ਸੰਸਦੀ ਜਮਹੂਰੀਅਤ ਦੀ ਸ਼ੁਰੂਆਤ ਦੇ ਵੇਲੇ ਤੋਂ ਹੀ ਹਰੇਕ ਪਾਰਟੀ ਵੱਲੋਂ ਵਿਪ ਦੀ ਨਿਯੁਕਤੀ ਕੀਤੀ ਜਾਂਦੀ ਹੈ, ਜਿਸ ਦੀ ਜ਼ਿੰਮੇਵਾਰੀ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ
ਨੂੰ ਜ਼ਾਬਤੇ ਵਿੱਚ ਰੱਖਣਾ ਹੁੰਦੀ ਹੈ। ਡੰਡੀ ਬਾਅਦ ਵਿੱਚ ਸੰਵਿਧਾਨ ਦੀ 10ਵੀਂ ਪੱਟੀ ਵਿੱਚ ਦਲ ਬਦਲੀ ਵਿਰੋਧੀ ਪ੍ਰਬੰਧ ਸ਼ਾਮਲ ਕੀਤੇ ਜਾਣ ਤੋਂ ਬਾਅਦ ਵਿਪ ਦੀ ਭੂਮਿਕਾ ਨੂੰ ਕਾਨੂੰਨੀ ਮਾਨਤਾ ਵੀ ਮਿਲ ਗਈ। ਡੰਡੀ ਹੁਣ ਹਰੇਕ ਪਾਰਟੀ ਆਪਣੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਵਿਪ ਜਾਰੀ ਕਰ ਸਕਦੀ ਹੈ ਤੇ ਉਹ ਕਰਦੀ ਵੀ ਹੈ, ਜਿਸ ਰਾਹੀਂ ਉਹਨਾਂ ਨੂੰ ਕੁਝ ਖਾਸ ਦਿਨਾਂ ਤੇ ਸਦਨ ਵਿੱਚ ਹਾਜ਼ਰ ਰਹਿਣ ਅਤੇ ਇੱਕ ਖਾਸ ਢੰਗ ਨਾਲ ਵੋਟ ਪਾਉਣ ਦੀ ਹਦਾਇਤ ਦਿੱਤੀ ਜਾ ਸਕਦੀ ਹੈ। ਡੰਡੀ ਇਸ ਪਿੱਛੇ ਬੁਨਿਆਦੀ ਵਿਚਾਰ ਇਹੋ ਹੈ ਕਿ ਵੋਟਰਾਂ ਵੱਲੋਂ ਪਾਰਟੀ ਰਾਹੀਂ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਰਾਬਤਾ ਕੀਤਾ ਜਾਂਦਾ ਹੈ। ਇਸ ਲਈ ਉਹਨਾਂ ਨੂੰ ਪਾਰਟੀ ਦੀਆਂ ਹਦਾਇਤਾਂ ਦੀ ਉਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਡੰਡੀ ਪਰ ਜੇ ਵੋਟਰ ਖੁਦ ਚੁਣੇ ਹੋਏ ਨੁਮਾਇੰਦਿਆਂ ਨੂੰ ਇਹ ਹਦਾਇਤ ਸਿੱਧਿਆਂ ਦੇਣ ਤਾਂ ਵੋਟਰ ਕਿਉਂ ਪਾਰਟੀ ਨੂੰ ਲਾਂਭੇ ਕਰਕੇ ਸਿੱਧਿਆਂ ਆਪਣੇ ਨੁਮਾਇੰਦਿਆਂ ਨੂੰ ਨਹੀਂ ਆਖ ਸਕਦੇ ਕਿ ਉਹ ਸੰਸਦ ਵਿੱਚ ਕਿਵੇਂ ਕੰਮ ਕਰਨ? ਪ੍ਰਸ਼ਨ ਚਿੰਨ੍ਹ ਪੈਰਾ। ਬਸ ਇਹੋ ਕੁਝ ਵੋਟਰ ਵਿਪ ਕਰਦਾ ਹੈ। ਡੰਡੀ ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਦੇ ਇਸ ਮੌਨਸੂਨ ਸੈਸ਼ਨ ਦੌਰਾਨ ਕਿਸਾਨਾਂ ਦੀ ਤਰਫੋਂ ਸਾਰੇ ਸੰਸਦ ਮੈਂਬਰਾਂ ਨੂੰ ਇਹ ਵਿਪ ਜਾਰੀ ਕੀਤਾ ਹੈ। ਡੰਡੀ ਇਸ ਰਾਹੀਂ ਉਹਨਾਂ ਨੂੰ ਸੈਸ਼ਨ ਦੇ ਸਾਰੇ ਦਿਨਾਂ ਦੌਰਾਨ ਸੰਸਦ ਵਿੱਚ ਹਾਜ਼ਰ ਰਹਿਣ ਅਤੇ ਸਦਨ ਵਿੱਚ ਕਿਸਾਨ ਅੰਦੋਲਨ ਦੀਆਂ ਮੰਗਾਂ ਦੀ ਹਮਾਇਤ ਕਰਨ ਦੀ ਹਦਾਇਤ ਦਿੱਤੀ ਗਈ ਹੈ। ਡੰਡੀ ਨਾਲ ਹੀ ਉਹਨਾਂ ਨੂੰ ਸਦਨ ਤੋਂ ਵਾਕ ਆਊਟ ਨਾ ਕਰਨ ਅਤੇ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਸਦਨ ਵਿੱਚ ਹੋਰ ਕੋਈ ਕੰਮ ਨਾ ਹੋਣ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ। ਡੰਡੀ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਇਹ ਵਿਪ ਤੁਹਾਡੀ ਪਾਰਟੀ ਵੱਲੋਂ ਜਾਰੀ ਕੀਤੇ ਗਏ ਵਿਪ ਤੋਂ ਉੱਤੋਂ ਲਾਗੂ ਹੋਵੇਗਾ ਅਤੇ ਜਿਹੜੇ ਸੰਸਦ ਮੈਂਬਰ ਇਸ ਦਾ ਉਲੰਘਣ ਕਰਨਗੇ ਉਹਨਾਂ ਨੂੰ ਕਿਸਾਨਾਂ ਦੇ ਬਾਈਕਾਟ ਦਾ ਸਾਹਮਣਾ ਕਰਨਾ ਪਵੇਗਾ। ਡੰਡੀ ਵਿਪ ਜਾਰੀ ਕਰਨ ਦੀਆਂ ਪ੍ਰਕਿਰਿਆਵਾਂ ਦੇ ਮੁਤੱਲਕ ਧਾਰਨਾ ਨੂੰ ਸਪਸ਼ਟ ਕਰਨ ਦੀ ਲੋੜ ਹੈ। ਕੌਣ ਇਸ ਨੂੰ ਜਾਰੀ ਕਰ ਸਕਦਾ ਹੈ? ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਵੋਟਰ ਇਸ ਦੀ ਹਮਾਇਤ ਕਰਨਗੇ? ਇਸ ਦੀ ਨਿਗਰਾਨੀ ਦਾ ਢਾਂਚਾ, ਇਸ ਦਾ ਉਲੰਘਣ ਅਸਲ ਵਿੱਚ ਕਿਵੇਂ ਮੰਨਿਆ ਜਾਵੇਗਾ ਅਤੇ ਉਲੰਘਣ ਕਰਨ ਵਾਲਿਆਂ ਨੂੰ ਕੀ ਡੰਨ ਲੱਗੇਗਾ? ਇਸ ਨੂੰ ਲਾਗੂ ਕੌਣ ਕਰੇਗਾ? ਨਾਲ ਹੀ ਕਿਵੇਂ ਲਾਗੂ ਕਰੇਗਾ? ਇੱਕ ਵਿਆਪਕ ਲਹਿਰ ਜਿਵੇਂ ਮੌਜੂਦਾ ਕਿਸਾਨ ਅੰਦੋਲਨ ਕੋਲ ਇੱਕ ਲਾਸਾਨੀ ਇਖਲਾਕੀ ਦਬਾਅ ਹੁੰਦਾ ਹੈ ਅਤੇ ਇਹ ਅਜਿਹੇ ਵਿਪ ਜਾਰੀ ਕਰ ਸਕਦੀ ਹੈ। ਡੰਡੀ ਪਰ ਆਮ ਹਾਲਾਤ ਵਿੱਚ ਇਸ ਦੀ ਵਰਤੋਂ ਦੇ ਰੰਗ ਢੰਗ ਹਾਲੇ ਤੈਅ ਕੀਤੇ ਜਾਣੇ ਹਨ। ਡੰਡੀ ਇਹ ਕਿਸੇ ਅੰਦੋਲਨ ਵਿੱਚ ਨਵੀਆਂ ਪਹਿਲ ਕਦਮੀਆਂ ਦੀ ਇੱਕ ਹੋਰ ਮਿਸਾਲ ਹੈ ਜੋ ਹਰ ਸਮੇਂ ਕੁਝ ਨਵਾਂ ਕਰਦੀ ਹੈ। ਡੰਡੀ ਅੰਦੋਲਨ ਦੇ ਇਸ ਖਾਸ ਰੂਪ ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਮੋਰਚਿਆਂ ਨੂੰ ਹੀ ਲੈ ਲਵੋ। ਡੰਡੀ ਇਹ ਰਵਾਇਤੀ ਮੋਰਚੇ ਜਾਂ ਧਰਨੇ ਮੁਜ਼ਾਹਰੇ ਨਹੀਂ ਹਨ। ਡੰਡੀ ਮੀਲਾਂ ਤੱਕ ਹਾਈਵੇ 'ਤੇ ਬਸਤੀਆਂ ਵਸਾ ਲੈਣਾ ਵਰਗੀਕਰਨ ਨੂੰ ਤੋੜਨਾ ਹੈ। ਡੰਡੀ ਇਸੇ ਤਰ੍ਹਾਂ ਟੋਲ ਪਲਾਜ਼ਿਆਂ ਨੂੰ ਨਿਯਮਤ ਵਿਰੋਧ ਪ੍ਰਗਟਾਵੇ ਦੇ ਟਿਕਾਣੇ ਬਣਾ ਲੈਣਾ, ਵਿਸ਼ਾਲ ਕਿਸਾਨ ਮਹਾਂ ਪੰਚਾਇਤਾਂ ਕਰਵਾਉਣੀਆਂ, ਕਿਸਾਨ ਯੂਨੀਅਨਾਂ ਦਾ ਖਾਪ ਪੰਚਾਇਤਾਂ ਨਾਲ ਗੱਠਜੋੜ, ਟਰੇਡ ਯੂਨੀਅਨਾਂ ਨਾਲ ਤਾਲਮੇਲ, ਅੰਦੋਲਨਾਂ ਦੀ ਮਦਦ ਲਈ ਲੰਗਰ ਦਾ ਪ੍ਰਬੰਧ, ਲੰਗਰ ਦੇ ਵਿਚਾਰ ਨੂੰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਅਤੇ ਆਕਸੀਜਨ ਦੇ ਸਿਲੰਡਰਾਂ ਤੱਕ ਫੈਲਾਉਣਾ, ਇਹ ਸਾਰਾ ਕੁਝ ਜਮਹੂਰੀ
ਪ੍ਰਥਾਵਾਂ ਵਿੱਚ ਨਵੀਆਂ ਪਹਿਲ ਕਦਮੀਆਂ ਕਾਢਾਂ ਖੋਜਾਂ ਹੀ ਹਨ ਡੰਡੀ। ਬੀਤੇ ਹਫ਼ਤੇ ਇਸੇ ਤਰ੍ਹਾਂ ਦੀ ਇੱਕ ਵੱਖਰੀ ਨਵੀਂ ਕੋਸ਼ਿਸ਼ ਹੋਈ ਡੰਡੀ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਹਾਲਤ 'ਤੇ ਇੱਕ ਜਨ ਸੁਣਵਾਈ ਹੋਈ, ਪਰ ਇਹ ਕੋਈ ਇਹੋ ਜਿਹੀ ਜਨ ਸੁਣਵਾਈ ਨਹੀਂ ਸੀ ਜਿਸ ਵਿੱਚ ਪੀੜਤਾਂ ਵੱਲੋਂ ਮਾਹਿਰਾਂ ਤੇ ਜੱਜਾਂ ਦੇ ਪੈਨਲ ਅੱਗੇ ਆਪਣਾ ਪੱਖ ਰੱਖਿਆ ਜਾਂਦਾ, ਸਗੋਂ ਇਸ ਵਿੱਚ ਤਾਂ ਜਿਊਰੀ ਵਿੱਚ 17 ਪ੍ਰਵਾਸੀ ਮਜ਼ਦੂਰ ਖੁਦ ਹੀ ਸ਼ਾਮਲ ਸਨ ਡੰਡੀ। ਇਹ ਸੁਣਵਾਈ 3 ਦਿਨ ਚੱਲੀ, ਜਿਸ ਦੌਰਾਨ ਉਹਨਾਂ ਸਾਥੀ ਮਜ਼ਦੂਰਾਂ ਅਤੇ ਮਾਹਿਰਾਂ ਦੀਆਂ ਦਲੀਲਾਂ ਸੁਣੀਆਂ ਤੇ ਫਿਰ ਫੈਸਲੇ ਤੱਕ ਪੁੱਜੇ ਡੰਡੀ। ਦੇਖਣ ਦਾ ਇਹ ਉਲਟਾ ਤਰੀਕਾ ਜਨ ਸੁਣਵਾਈ ਦੇ ਵਿਚਾਰ ਨੂੰ ਅਗਾਂਹ ਲੈ ਜਾਂਦਾ ਹੈ ਅਤੇ ਇਸ ਦੇ ਜਮਹੂਰੀ ਸੁਭਾਅ ਨੂੰ ਹੋਰ ਗਹਿਰਾ ਕਰਦਾ ਹੈ ਡੰਡੀ। ਹਾਲੀਆ ਸਭ ਤੋਂ ਵੱਧ ਨਿਵੇਕਲੀ ਪਹਿਲ ਕਦਮੀ ਯਕੀਨਨ ਸ਼ਹੀਨ ਬਾਗ ਸੀ ਡੰਡੀ। ਇਹ ਉਸ ਵਕਤ ਵਾਪਰੀ ਜਦੋਂ ਹਰ ਕੋਈ ਇਹ ਸਮਝਣ ਲੱਗਾ ਸੀ ਕਿ ਇਸ ਸਰਕਾਰ ਦੌਰਾਨ ਘੱਟ ਗਿਣਤੀਆਂ ਲਈ ਆਪਣੀ ਆਵਾਜ਼ ਉਠਾਉਣਾ ਨਾਮੁਮਕਿਨ ਹੈ ਡੰਡੀ। ਉਸ ਵਿੱਚ ਇੱਕ ਦਿਨ ਨੂੰ ਸਿਰਫ ਔਰਤਾਂ ਦਾ ਦਿਨ ਰੱਖਿਆ ਜਾਣਾ, ਇੱਕ ਰਾਤ ਨੂੰ ਆਸੇ-ਪਾਸੇ ਦੇ ਲੋਕਾਂ ਦੀ ਇਕੱਤਰਤਾ ਆਦਿ ਬਹੁਤ ਹੀ ਲਸਾਨੀ ਤਰੀਕੇ ਸਨ, ਜਿਨ੍ਹਾਂ ਨੂੰ ਕੌਮੀ ਪੱਤਰਕਾ ਦੇ ਨਾਲ ਬਹੁਤ ਹੀ ਵਧੀਆ ਢੰਗ ਨਾਲ ਸਿਰੇ ਚਾੜਿਆ ਗਿਆ ਡੰਡੀ। ਇਹ ਕੁਝ ਕੁ ਟਾਵੀਆਂ ਮਿਸਾਲਾਂ ਜਾਪ ਸਕਦੀਆਂ ਹਨ, ਪਰ ਅਜਿਹਾ ਨਹੀਂ ਹੈ ਡੰਡੀ। ਬਸ ਤੁਸੀਂ ਇੱਕ ਵਾਰ ਜਮਹੂਰੀ ਖਾਹਿਸ਼ਾਂ ਦੇ ਪ੍ਰਗਟਾਵੇ ਲਈ ਨਵੇਂ ਢੰਗ ਤਰੀਕੇ ਤਲਾਸ਼ਣੇ ਸ਼ੁਰੂ ਕਰ ਦਿਓ, ਤੁਹਾਨੂੰ ਰੋਜ਼ਾਨਾ ਕੁਝ ਨਵੇਂ ਤੋਂ ਨਵਾਂ ਮਿਲਣ ਲੱਗੇਗਾ। ਕੁਝ ਮਹੀਨੇ ਪਹਿਲਾਂ ਉੱਤਰ ਪ੍ਰਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਨਾਟਕੀ ਅੰਦਾਜ਼ ਵਿੱਚ ਯੋਗੀ ਸਰਕਾਰ 'ਤੇ ਵਿਅੰਗ ਕੀਤਾ ਅਤੇ ਉਹ ਅਜਿਹੀ ਘਟਨਾ ਹੋ ਨਿਬੜਿਆ ਜਿਸ ਨੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਵਿਆਪਕ ਤੌਰ 'ਤੇ ਫੈਲੀ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਉਭਾਰਨ ਲਈ ਅਹਿਮ ਰੋਲ ਨਿਭਾਇਆ ਡੰਡੀ। ਬੀਤੇ ਹਫ਼ਤੇ ਕੁਝ ਨਾਗਰਿਕਾਂ ਨੇ ਪੈਟਰੋਲ ਪੰਪਾਂ ਵਿੱਚ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੈਨਰਾਂ ਸਾਹਮਣੇ ਖੜੋਤਿਆਂ ਆਪਣੀ ਫੋਟੋ ਲੈ ਕੇ ਥੈਂਕ ਯੂ ਮੋਦੀ ਜੀ, ਧੰਨਵਾਦ ਮੋਦੀ ਜੀ ਮੁਹਿੰਮ ਸ਼ੁਰੂ ਕੀਤੀ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਮੁੱਦਾ ਉਭਾਰਿਆ ਜਾ ਸਕੇ ਡੰਡੀ। ਜਮਹੂਰੀਅਤ ਨੂੰ ਸੀਮਤ ਕਰਨ ਦੇ ਦੌਰ ਵਿੱਚ ਲੋਕਤੰਤਰੀ ਢੰਗ ਤਰੀਕਿਆਂ ਰਾਹੀਂ ਜਮਹੂਰੀਅਤ ਨੂੰ ਪ੍ਰਫੁੱਲਤ ਕਰਨ ਦੀਆਂ ਇਹ ਮਿਸਾਲਾਂ ਮੁਲਕ ਲਈ ਆਸ ਦੀ ਕਿਰਨ ਵਰਗੀਆਂ ਹਨ ਡੰਡੀ। ਸੰਸਦ ਦੇ ਇਜਲਾਸ ਵਿੱਚ ਪ੍ਰਧਾਨ ਮੰਤਰੀ ਕੋਵਿਡ ਦੀ ਦੂਜੀ ਲਹਿਰ ਦੌਰਾਨ ਲੱਖਾਂ ਭਾਰਤੀਆਂ ਦੀਆਂ ਹੋਈਆਂ ਮੌਤਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਨਹੀਂ ਹਨ ਡੰਡੀ। ਪੈਗਸਾਸ ਸੰਬੰਧੀ ਹੋਏ ਖੁਲਾਸਿਆਂ ਨੇ ਸਾਡੀਆਂ ਅੱਖਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ ਡੰਡੀ। ਇਹਨਾਂ ਹਾਲਾਤ ਦੌਰਾਨ ਸਾਡੇ ਲੋਕਤੰਤਰ ਲਈ ਅੰਦੋਲਨ ਤੇ ਅੰਦੋਲਨ ਜੀਵੀਆਂ ਤੋਂ ਹੀ ਉਮੀਦ ਵੱਜਦੀ ਹੈ ਡੰਡੀ। ਪੈਰਾ ਇਤਿਹਾਸਕਾਰ ਅਤੇ ਜਮਹੂਰੀਅਤ ਦੇ ਸਿਧਾਂਤਕਾਰ ਜੌਹਨ ਕੇਨੀ ਨੇ ਇਹਨਾਂ ਘਟਨਾਵਾਂ ਨੂੰ ਚੇਤਾਵਨੀ ਜਮਹੂਰੀਅਤ ਕਰਾਰ ਦਿੱਤਾ ਹੈ, ਭਾਵ ਅਜਿਹੇ ਨਵੇਂ ਢੰਗ ਤਰੀਕੇ ਜਿਹੜੇ ਜਮਹੂਰੀਅਤ ਦੀ ਰਾਖੀ ਲਈ ਨਿਗਰਾਨੀ ਦੇ ਪ੍ਰਬੰਧ ਕਰਦੇ ਹਨ ਅਤੇ ਇਸ ਤਰ੍ਹਾਂ ਇਸ ਦਾ ਮਿਆਰ ਸੁਧਾਰਦੇ ਹਨ ਡੰਡੀ। ਅਜਿਹੀਆਂ ਜਮਹੂਰੀ ਪਹਿਲ ਕਦਮੀਆਂ ਪੱਖੋਂ ਭਾਰਤ ਨੂੰ ਮੋਹਰੀ ਮਿਸਾਲ ਕਰਾਰ ਦਿੱਤਾ ਗਿਆ ਹੈ ਡੰਡੀ। ਸਾਡੀ ਜਮਹੂਰੀਅਤ ਵਿੱਚ ਬਹੁਤ ਸਾਰੇ ਸੰਵਿਧਾਨਕ ਫਤਵਾ ਪ੍ਰਾਪਤ ਜਮਹੂਰੀ ਅਦਾਰੇ ਮਹਿਜ ਕਾਗਜ਼ਾਂ ਵਿੱਚ ਹੀ ਹੋਂਦ ਰੱਖਦੇ ਹਨ ਡੰਡੀ। ਵੋਟਰ ਵਿਪ ਵਰਗੀਆਂ ਨਵੀਆਂ ਪ੍ਰਥਾਵਾਂ ਅਜਿਹੇ ਠੱਪ ਪਏ ਅਦਾਰਿਆਂ ਵੱਲੋਂ ਪੈਦਾ ਕੀਤੇ
ਖੱਪੇ ਨੂੰ ਭਰਨ ਦਾ ਭਰੋਸਾ ਦਿਵਾਉਂਦੀਆਂ ਹਨ। ਡੰਡੀ।